ਸਤਕਾਰ ਕਮੇਟੀ ਦੇ ਨਾਲ ਜਿਹੜੀ ਝੜਪ ਹੋਈ ਹੈ ਉਹਦੇ ਵਿੱਚ ਇਹ ਸਤਕਾਰ ਕਮੇਟੀ ਨੂੰ ਦੋਸ਼ੀ ਮੰਨ ਰਹੇ ਹੈ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਉੱਥੇ ਮਾਨ ਸਾਹਿਬ ਦੀ ਵੀ ਪੱਗ ਲਾਈ ਹੈ। ਨਹੀਂ ਜੀ ਕਿਹਾ, ਮੈਂ ਤਾਂ ਕਿਸੇ ਨੂੰ ਦੋਸ਼ੀ ਕਿਹਾ ਨਹੀਂ। ਫਿਰ ਕਿਹਨੇ ਹੱਥੋਂ ਪਾਈ ਕੀਤੀ ਉੱਥੇ, ਦਾਂਗਾ ਸੁੱਟ ਕਿਉਂ ਚੱਲੇ? ਤੁਸੀਂ ਦੱਸੋ ਨਾ ਕਿਹਨੇ ਕੀਤੀ ਹੈ, ਤੁਸੀਂ ਮੈਂਬਰ ਰਹੇ ਹੋ। ਤੁਹਾਡੀ ਟਾਸਕ ਫੋਰਸ ਨੂੰ ਤੁਸੀਂ ਆਦੇਸ਼ ਦਿੱਤਾ ਅੰਦਰੋਂ ਕਿ ਜਾਓ ਇਹਨਾਂ ਨੂੰ ਕਲੀਅਰ ਕਰੋ, ਟਾਸਕ ਤਾਂ ਉਹ ਗਏ ਉਹ ਕਲੀਅਰ ਕਰਨ ਲਈ। ਵੀ ਉਦੋਂ ਤੁਸੀਂ ਮੈਂਬਰ ਸੀ, ਟਾਸਕ ਫੋਰਸ ਵੀ ਤੁਸੀਂ ਬਣਾਈ ਸੀ ਜਦੋਂ ਮੈਂਬਰ ਸੀ ਤੁਸੀਂ। ਔਰ ਤੁਸੀਂ ਵੀ ਸਮਝਦੇ ਹੋ ਜਦੋਂ ਤਾਂ ਬਾਦਲ ਅਕਾਲੀ ਦਲ ਵਾਲੇ ਕਿਸੇ ਸੰਤ ਮਹਾਂਪੁਰਖ ਨੂੰ ਟਿਕਟ ਦੇ ਦੇਣ ਫੇਰ ਤਾਂ ਚੰਗਾ ਹੋ ਜਾਂਦਾ ਹੈ। ਜੇ ਅੱਜ ਕੋਈ ਸੰਤ ਮਹਾਂਪੁਰਖ ਸੁਧਾਰ ਕਰਨਾ ਚਾਹੁੰਦਾ ਹੈ ਫੇਰ ਤੁਸੀਂ ਉਹਦੇ ਉੱਤੇ ਵੀ ਕਿੰਤੂ ਪਰੰਤੂ ਚੱਕਦੇ ਆ। ਧਾਰਨੀ ਸਾਹਿਬ, ਮੈਂ ਮਹਿਸੂਸ ਕਰਦਾ ਕਿ ਤੁਹਾਡੀ ਠੀਕ ਹੈ ਸ਼੍ਰੋਮਣੀ ਕਮੇਟੀ ਦੇ ਨਹੀਂ ਤੁਸੀਂ ਹੁਣ ਕਹਿ ਕੇ ਹਟੇ ਹੋ ਨਾ ਕਿ ਬਾਬੇ ਅੱਗੇ ਆ ਰਹੇ ਆ। ਦੇਖੋ ਮੈਂ ਮੰਨਦਾ ਕਿ ਆਪਣਾ ਸਾਰਿਆਂ ਦਾ ਫਰਜ਼ ਬਣਦਾ ਕਿ ਆਪਾਂ ਸ਼੍ਰੋਮਣੀ ਕਮੇਟੀ ਕਰੀਏ। ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਹੈ ਫਤਿਹਗੜ੍ਹ ਸਾਹਿਬ, ਘੱਟੋ ਘੱਟ ਉਹਦਾ ਮੁਖੀ ਦਾ ਬਾਦਲ ਵਾਲੇ ਉਹਨੂੰ ਵਿਅਕਤੀ ਨੂੰ ਨਾਮ ਬਣਾਉਂਦੇ ਜਿਹਦੇ ਉੱਤੇ ਇੱਕ ਅਜਿਹਾ ਦੋਸ਼ ਲੱਗਿਆ ਵਾ ਹੋਵੇ, ਜਿਹੜੇ ਵਿਅਕਤੀ ਡੀਸੀ ਹੁੰਦੇ ਹੋਏ ਦਰਬਾਰਾ ਸਿੰਘ ਗੁਰੂ ਨੇ ਮਤਲਬ ਹੁਕਮ ਕਰਿਆ ਹੋਵੇ, ਜਿਹੜੇ ਵਿਅਕਤੀ ਉੱਥੇ ਉਦੋਂ ਨਕੋਦਰ ਬੈਠੇ ਸੀਗੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਖਿਲਾਫ। ਅਜ਼ਹਾਰ ਆਲਮ ਜਿਹਨੇ ਗੋਲੀ ਚਲਾਈ ਉਹਨੂੰ ਤੁਸੀਂ ਮੀਤ ਪ੍ਰਧਾਨ, ਚਲੋ ਤੁਸੀਂ ਅਕਾਲੀ ਦਲ ਬਾਦਲ ਨਹੀਂ ਹੈ, ਮੈਂ ਤੁਹਾਨੂੰ ਸਵਾਲ ਕਰਦਾ ਹਾਂ ਅਕਾਲੀ ਦਲ ਬਾਦਲ ਦਾ ਮੀਤ ਪ੍ਰਧਾਨ ਕੌਣ ਹੈ? ਅਜ਼ਹਾਰ ਆਲਮ, ਜਿਹਨੇ ਮੁੰਡੇ ਮਾਰੇ ਸਭ ਤੋਂ ਪਹਿਲਾਂ ਜਦੋਂ ਉੱਥੇ ਗੋਲੀ ਚੱਲੀ, ਨੌਜਵਾਨ ਮਾਰੇ, ਤੇ ਉਹਦੀ ਪਤਨੀ ਨੂੰ ਹੁਣ ਇਸਤਰੀ ਅਕਾਲੀ ਦਲ ਦਾ ਬਣਾਇਆ, ਚਲੋ ਉਹਨੂੰ ਵਾਪਸ ਲੈ ਲਿਆ। ਮੇਰੇ ਕਹਿਣ ਦਾ ਭਾਵ ਹੈ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਦੇ ਵਿੱਚ ਆਈ, ਉਹ ਤੋਂ 8-10 ਦਿਨ ਬਾਅਦ ਇੱਕ ਵਲੰਟੀਅਰ ਬ੍ਰਿਗੇਡ ਬਣਾਈ ਜਿਹਦਾ ਨਾਂ ਸੀ ਸ਼੍ਰੋਮਣੀ ਅਕਾਲੀ ਦਲ, ਤਾਂ ਕਿ ਸ਼੍ਰੋਮਣੀ ਕਮੇਟੀ ਤੇ ਬਾਹਰੀ ਹਮਲਾ ਨਾ ਕੋਈ ਹੋਵੇ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਨੂੰ ਲੈ ਕੇ ਪੰਥਕ ਧਿਰਾਂ 'ਚ ਮੋਟੀ ਜਿਹੀ ਲਕੀਰ ਖਿੱਚੀ ਜਾ ਚੁੱਕੀ ਹੈ। ਅਕਾਲੀ ਦਲ ਜਿਸ ਦੀ ਅਗਵਾਈ ਸੁਖਦੇਵ ਸਿੰਘ ਢੀਂਡਸਾ ਕਰ ਰਿਹਾ ਹੈ, ਅਕਾਲੀ ਦਲ ਦਾ ਦੂਜਾ ਧੜਾ ਜਿਸ ਦੀ ਅਗਵਾਈ ਜਥੇਦਾਰ ਬ੍ਰਹਮਪੁਰਾ ਕਰ ਰਿਹਾ ਹੈ, ਅਕਾਲੀ ਦਲ ਦਾ ਤੀਜਾ ਧੜਾ ਜਿਸ ਦੀ ਅਗਵਾਈ ਰਵਿੰਦਰ ਸਿੰਘ ਜੀ ਕਰ ਰਹੇ ਹੈ, ਉਹਨਾਂ ਵੱਲੋਂ ਮੀਟਿੰਗ ਕਰਕੇ ਫੈਸਲਾ ਲਿਆ ਗਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਦਲਾਂ ਦਾ ਕਬਜ਼ਾ ਹਟਾਉਣ ਦੇ ਲਈ ਸਾਂਝੇ ਤੌਰ ਤੇ ਲੜਾਈ ਲੜੀ ਜਾਏਗੀ। ਇਸ ਮੰਤਵ ਲਈ ਉਹਨਾਂ ਨੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ, ਬਾਬਾ ਸਰਬਜੋਤ ਸਿੰਘ ਬੇਦੀ, ਉਹਨਾਂ ਨੂੰ ਅਗਵਾਈ ਜ਼ਿੰਮੇਵਾਰੀ ਸੌਂਪੀ ਹੈ। ਇਹਨਾਂ ਤੋਂ ਇਲਾਵਾ ਹੋਰ ਵੀ ਪੰਥਕ ਧਿਰਾਂ ਜਾਂ ਕੁਝ ਹਸਤੀਆਂ ਹੈਗੀਆਂ ਜਿਹੜੀਆਂ ਇਸ ਮੁੱਦੇ ਤੇ ਸਵਾਲ ਖੜੇ ਕਰ ਰਹੀਆਂ, ਜਿਨ੍ਹਾਂ 'ਚ ਜਸਫੂਲਕ ਹੈ, ਜਿਨ੍ਹਾਂ 'ਚ ਸੁਖਦੇਵ ਸਿੰਘ ਪੌਰ ਹੈ ਤੇ ਹੋਰ ਕਈ ਪੰਥਕ ਚਿਹਰੇ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਇਦਾਂ ਦੇ ਦੋਸ਼ ਜਿਹੜੇ ਹੈਗੇ ਨਿਰਮੂਲ ਹੈ। ਇੱਕ ਜਮਹੂਰੀ ਪ੍ਰਕਿਰਿਆ ਹੈ ਜਿਹਦੇ ਰਾਹੀਂ ਸਿੱਖ ਸੰਗਤ ਆਪਣੀ ਜ਼ਿੰਮੇਵਾਰੀ ਸੇਵਾ ਸੌਂਪਦੀ ਹੈ। ਖੈਰ, ਇਹਨਾਂ ਮੁੱਦਿਆਂ ਤੇ ਮੇਰੇ ਨਾਲ ਪੈਨਲ 'ਚ ਜਿਹੜੇ ਖਾਸ ਮਹਿਮਾਨ ਇਸ ਵੇਲੇ ਜੁੜ ਚੁੱਕੇ ਨੇ, ਅਮਰਦੀਪ ਸਿੰਘ ਧਾਰਨੀ ਜੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ, ਜੋਗਾ ਸਿੰਘ ਜੀ ਪੰਥਕ ਧਿਰਾਂ ਦੀ ਨੁਮਾਇੰਦਗੀ ਕਰਦੇ ਆ, ਅਮਰਿੰਦਰ ਸਿੰਘ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਦਾ ਹਾਨੀ, ਅਕਾਲੀ ਦਲ ਡੈਮੋਕ੍ਰੈਟਿਕ ਦੇ ਬੁਲਾਰੇ ਆ। ਤਿੰਨੇ ਮਹਿਮਾਨਾਂ ਨੂੰ ਪੈਨਲ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਜੀ ਆਖਦਾ, ਵੈਲਕਮ ਕਰਦਾ। ਧਾਰਨੀ ਜੀ, ਇਸ ਮਾਮਲੇ ਤੇ ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ। ਅਕਾਲੀ ਦਲ ਦੀਆਂ ਕੁਝ ਵੱਖੋ ਵੱਖਰੀਆਂ ਧਿਰਾਂ, ਪੰਥਕ ਧਿਰਾਂ ਨੇ ਮੀਟਿੰਗ ਕਰਕੇ ਫੈਸਲਾ ਲਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਦਲਾਂ ਦਾ ਕਬਜ਼ਾ ਜਿਹੜਾ ਹਟਾਇਆ ਜਾਵੇ ਜਾਂ ਉਸਨੂੰ ਬਾਦਲ ਮੁਕਤ ਕੀਤਾ ਜਾਏ। ਇਸ ਚੁਣੌਤੀ ਨੂੰ ਧਾਰਨੀ ਸਾਹਿਬ ਤੁਸੀਂ ਕਿਵੇਂ ਦੇਖ ਰਹੇ ਹੋ? ਦੇਖੋ, ਚੁਣੌਤੀ ਤਾਂ ਮਤਲਬ ਇਹ ਤਾਂ ਡੈਮੋਕ੍ਰੈਟਿਕ ਪ੍ਰੋਸੈਸ ਹੈਗਾ। ਡੈਮੋਕ੍ਰੈਟਿਕ ਪ੍ਰੋਸੈਸ ਦੇ ਵਿੱਚ ਜਿਹੜਾ ਬੰਦਾ ਵੀ ਉਸ ਦੇ ਵਿੱਚ ਲੋਕਾਂ ਦੀ ਨੁਮਾਇੰਦਗੀ ਕਰਦਾ ਹੈਗਾ, ਉਹ ਜਿਹੜਾ ਹੈਗਾ ਰੱਖ ਰਖਾਵ ਔਰ ਸੇਵਾ ਸੰਭਾਲ ਨੂੰ ਜਿਹੜਾ ਹੈਗਾ ਸੰਭਾਲਦਾ ਹੈਗਾ। ਦੂਜੀ ਗੱਲ, ਮੈਂ ਇੱਕ ਕੁਐਸਚਨ ਕਰਦਾ ਤੁਹਾਨੂੰ, ਕ੍ਰਾਸ ਕੁਐਸਚਨ ਹੈ ਮੇਰਾ, ਇਹ ਤੁਸੀਂ ਮੇਰੇ ਕੋ ਪੈਨਲਿਸਟ ਹੈਗੇ ਜਿਹੜੇ, ਇਹਨਾਂ ਤੋਂ ਪੁੱਛ ਲਿਓ ਵੀ ਇਹ ਜਿਹੜਾ ਕਬਜ਼ਾ, ਜਿਹੜਾ ਬਾਦਲ ਸਾਹਿਬ ਦਾ ਕਬਜ਼ਾ ਕਹਿ ਰਹੇ ਆ, ਵੀ ਇਹ ਕਦੋਂ ਤੇ ਹੋਇਆ? ਇਹ ਉਦਣ ਤੋਂ ਹੀ ਹੋਇਆ ਜਿੱਦਣ ਤੋਂ ਢੀਂਡਸਾ ਸਾਹਿਬ ਛੱਡ ਕੇ ਗਏ ਹੈ, ਜਾਂ ਜਿੱਦਣ ਤੋਂ ਭਾਈ ਰਣਜੀਤ ਸਿੰਘ ਹੋਣੀ ਜਿਹੜੇ ਹੈਗੇ ਆ ਉਹ ਅਕਾਲ ਤਖ਼ਤ ਦੇ ਜਥੇਦਾਰੀ ਤੋਂ
ਮੁਕਤ ਕਰੇ ਹੈਗੇ ਆ, ਜਾਂ ਸਰਦਾਰ ਆਪਣਾ ਸੇਖਵਾਂ ਸਾਹਿਬ ਜਿਹੜੇ ਹੈਗੇ ਆ ਉਹ ਜਿਹੜੇ ਹੈਗੇ ਆ ਡੈਮੋਕ੍ਰੈਟਿਕ ਦਲ ਦੇ ਵਿੱਚ ਗਏ ਹੈਗੇ ਆ, ਜਾਂ ਜਿੱਦਣ ਤੋਂ ਬ੍ਰਹਮਪੁਰਾ ਸਾਹਿਬ ਜਿਹੜੇ ਹੈਗੇ ਆ ਛੱਡ ਕੇ ਗਏ ਹੈਗੇ ਆ। ਇਸ ਤੋਂ ਪਹਿਲਾਂ ਕਿ ਜਦੋਂ ਆਰਸੀ ਸ਼੍ਰੋਮਣੀ ਅਕਾਲੀ ਦਲ ਦੇ ਉਦੋਂ ਕੀ ਵਾਲੀ ਗੱਲ ਨਹੀਂ ਸੀ ਕਿ ਜਾਂ ਆਜ਼ਾਦ ਸੀ, ਇਹਨਾਂ ਦੇ ਜਾਣ ਕਰਕੇ ਜਿਹੜਾ ਹੈਗਾ ਸਾਰਾ ਕੁਝ ਜਿਹੜਾ ਹੈਗਾ ਬਾਦਲਾਂ ਨੇ ਕਬਜ਼ੇ ਦੇ ਵਿੱਚ ਕਰ ਲਿਆ, ਔਰ ਬਾਦਲਾਂ ਦੀ ਹੁਣ ਬਾਦਲਾਂ ਤੋਂ ਇਹ ਮੁਕਤ ਕਰਾਉਣਗੇ। ਪਹਿਲਾਂ ਇਹ ਆਪਣੀ ਮੁਕਤੀ ਕਰਾਉਣ, ਇਹ ਆਪਣੀ ਮੁਕਤੀ ਕਰਾ ਕੇ ਤਾਂ ਚਲੇ ਗਏ। ਇਹਨਾਂ ਨੂੰ ਜਿਹੜੀਆਂ ਹੈਗੀਆਂ ਬੋਲਣ ਤੋਂ ਸਿਵਾ ਕੋਈ ਗੱਲ ਨਹੀਂ ਹੈਗੀ, ਔਰ ਇਹ ਗੱਲਾਂ ਕਰਨ ਤੋਂ ਪਹਿਲਾਂ ਬੰਦੇ ਨੂੰ ਸੋਚਣਾ ਚਾਹੀਦਾ। ਪੰਥਕ ਧਿਰਾਂ ਦਾ ਇਹ ਹੈਗਾ, ਬਹੁਤ ਵਾਰ ਪੰਥ ਦੇ ਵਿੱਚ ਵਖਰੇਵੇਂ ਆਏ, ਬਹੁਤ ਵਾਰ ਪੰਥ ਜਿਹੜਾ ਹੈਗਾ ਖਿੰਡਿਆ ਪੁੰਡਿਆ, ਫਿਰ ਪੰਥ ਜਿਹੜਾ ਹੈਗਾ ਅਕਾਲ ਤਖਤ ਸਾਹਿਬ ਦੇ ਥੱਲੇ ਆ ਕੇ ਇਕੱਠਾ ਹੋ ਗਿਆ। ਸੋ ਇਸ ਕਰਕੇ ਇਸ ਤਰ੍ਹਾਂ ਦੀ ਸ਼ਬਦ ਜਾਂ ਇਸ ਤਰ੍ਹਾਂ ਦੀ ਭਾਸ਼ਾ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਾਡੀ ਸਿਰਮੌਰ ਸੰਸਥਾ ਹੈਗੀ ਹੈ। ਦੇਖੋ ਇੱਕ ਗੱਲ ਤੁਸੀਂ ਸਿੱਧੂ ਸਾਹਿਬ, ਮੈਂ ਤੁਹਾਡੇ ਨੋਟਿਸ ਕਹਿਣਾ ਹੈ, ਤੁਸੀਂ ਵੀ ਆਮ ਤੌਰ ਤੇ ਜਿਹੜੇ ਹੈਗੇ ਆ ਪ੍ਰੈਸ ਵਾਲੇ ਗੱਲ ਕਰਦੇ ਰਹਿੰਦੇ ਆ ਕਿ ਜੀ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਥੇਦਾਰ ਹੈਗਾ ਉਹ ਜੀ ਬਾਦਲਾਂ ਦੀ ਜੇਬ ਦੇ ਵਿੱਚੋਂ ਨਿਕਲਦਾ। ਇਹ ਗੱਲਾਂ ਕਹਿਣ ਵਾਸਤੇ ਜਿਹੜੀ ਚੀਜ਼ ਮਰਜ਼ੀ ਕਹਿ ਦੋ, ਜਿਹਨੂੰ ਕਹੋ ਮੈਂ ਜਿਹੜਾ ਕੁਝ ਕਹੋ ਉਹ ਕਹਿ ਦਿੰਦਾ। ਸੋ ਇਹ ਗੱਲਾਂ ਜਿਹੜੀਆਂ ਹੈਗੀਆਂ ਨਿਰਮੂਲ ਗੱਲਾਂ ਹੈਗੀਆਂ। ਇਹ ਇਹਨਾਂ ਨੂੰ ਸਮਝਣਾ ਚਾਹੀਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਲੈਕਟਡ ਕਮੇਟੀ ਹੈਗੀ ਆ, ਔਰ ਇਹ ਇਸ ਗੱਲ ਦੇ ਵਿੱਚ ਇਲੈਕਸ਼ਨ ਤੋਂ ਬਾਅਦ ਉਹਨਾਂ ਲੋਕਾਂ ਦਾ, ਉਹਨਾਂ ਸਿੱਖਾਂ ਦਾ ਵੀ ਇਹ ਅਪਮਾਨ ਕਰਦੇ ਆ ਜਿਹੜਿਆਂ ਨੇ ਇਹ ਜਿਹੜੀ ਹੈਗੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਚੁਣ ਕੇ ਜਿਹੜੇ ਹੈਗੇ ਆ ਇੱਥੇ ਤੱਕ ਭੇਜੇ ਹੈਗੇ ਆ, ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਨੂੰ ਚਲਾ ਰਹੇ ਹੈਗੇ ਆ। ਜੀ ਧਾਨੀ ਸਾਹਿਬ, ਤੁਹਾਡਾ ਵਿਊ ਪੁਆਇੰਟ ਆ ਗਿਆ। ਇਸ ਮੁੱਦੇ ਤੇ ਮੈਂ ਵਾਪਸ ਆਵਾਂਗਾ ਤੁਹਾਡੇ ਵੱਲ। ਜੁਗਾ ਸਿੰਘ ਜੀ ਜਿਸ ਮਾਮਲੇ ਨੂੰ ਲਿਆ ਧਾਨੀ ਜੀ ਨੇ, ਉਹਨਾਂ ਨੇ ਕਿਹਾ ਵੀ ਕੀ ਜਿਹੜਾ ਹੈਗਾ ਬਾਦਲ ਮੁਕਤੀ ਦੀ ਗੱਲ ਉਦੋਂ ਤੋਂ ਸ਼ੁਰੂ ਹੋਈ ਹੈ ਜਦੋਂ ਦਾ ਭਾਈ ਜਥੇਦਾਰ ਰਣਜੀਤ ਸਿੰਘ ਨੂੰ ਅਕਾਲ ਤਖਤ ਸਾਹਿਬ ਤੋਂ ਲਾਂਭੇ ਕੀਤਾ ਗਿਆ, ਜਾਂ ਢੀਂਡਸਾ ਜਾਂ ਬ੍ਰਹਮਪੁਰਾ ਹੁਣੇ ਅਕਾਲੀ ਦਲ ਤੋਂ ਬਾਹਰ ਹੋਇਆ, ਉਸ ਤੋਂ ਬਾਅਦ ਹੀ ਮੁਕਤੀ ਦੀ ਗੱਲ ਨਜ਼ਰ ਆਉਣ ਲੱਗੀ ਹੈ। ਨਹੀਂ, ਬਹੁਤ ਨਰਮੂਲ ਜੀ ਗੱਲ, ਬਹੁਤ ਨਰਮੂਲ ਜੀ ਗੱਲ ਧਾਰਨੀ ਸਾਹਿਬ ਨੇ ਕਹੀ ਹੈ। ਦੇਖੋ, ਸਾਡੇ ਲਈ ਸ਼੍ਰੀ ਅਕਾਲ ਤਖਤ ਇੱਕ ਸਰਵਉੱਚ ਸੰਸਥਾ ਹੈ ਸਿੱਖਾਂ ਦੇ, ਔਰ ਜਿੱਥੋਂ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਦੀ ਗੱਲ ਧਾਰਨੀ ਸਾਹਿਬ ਨੇ ਕੀਤੀ ਹੈ, ਮੇਰਾ ਖਿਆਲ ਹੈ ਇਹ ਵਕੀਲ ਐਨ ਕੀਤੀ ਹੋਈ ਹੈ ਤੇ ਰੋਜ਼ ਇਹ ਕੋਰਟਾਂ ਦੇ ਵਿੱਚ ਰਹਿੰਦੇ, ਇਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਨੂੰ ਬਾਦਲਾਂ ਨੇ ਕਿਉਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਤੋਂ ਲਾਂਭੇ ਕੀਤਾ ਸੀ। ਔਰ ਮੈਂ ਧਾਰਨੀ ਸਾਹਿਬ ਨੂੰ ਵੀ ਕਹਾਂਗਾ ਕਿ ਅਗਲੇ ਉਹਦੇ ਵਿੱਚ ਦੱਸਣ ਕਿ ਜਦੋਂ ਖਾਲਸੇ ਦਾ ਜਨਮ ਦਿਹਾੜਾ ਮਨਾ ਰਹੇ ਸੀ 1999 ਚ, ਤਾਂ ਸਿੰਘ ਸਾਹਿਬ ਨੇ ਤਾਂ ਇਹੀ ਅਪੀਲ ਕੀਤੀ ਸੀ ਨਾ ਕਿ ਤੁਸੀਂ ਲੜੋ ਨਾ, ਸਾਰੇ ਅਕਾਲੀ ਧੜੇ ਇਕੱਠੇ ਹੋ ਕੇ ਮਨਾ ਲਓ। ਔਰ ਬਾਦਲ ਸਾਹਿਬ ਨੇ ਆਪਣੀ ਚੌਧਰ ਨੂੰ ਪੱਠੇ ਪਾਉਣ ਦੇ ਲਈ ਉਲਟਾ ਸਿੰਘ ਸਾਹਿਬ ਨੂੰ ਇਹ ਜਥੇਦਾਰੀ ਤੋਂ ਲਾਂਭੇ ਕਰਤਾ। ਔਰ ਦੂਜੀ ਗੱਲ, ਮੈਂ ਇੱਕ ਬੇਨਤੀ ਕਰਾਂਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਇੱਕ ਚੁਣਿੰਦਾ ਜਮਾਤ ਹੈ, ਜਿਹਨੂੰ ਬਣਾਉਣ ਦੇ ਲਈ ਕਰਤਾਰ ਸਿੰਘ ਝੱਬਰ ਉਹਨਾਂ ਤੋਂ ਲੈ ਕੇ ਅੱਜ ਤੱਕ ਸਿੱਖਾਂ ਦੇ ਬਹੁਤ ਵੱਡੇ ਆਗੂਆਂ ਨੇ ਕੁਰਬਾਨੀਆਂ ਦੇ ਕੇ ਇਹਨੂੰ ਹੋਂਦ ਦੇ ਵਿੱਚ ਲਿਆਂਦਾ। ਲੇਕਿਨ ਜਿਹੜੀ ਗੱਲ ਧਾਰਨੀ ਸਾਹਿਬ ਤੁਸੀਂ ਕਹੀ ਹੈ ਕਿ ਬਾਦਲਾਂ ਦੇ ਖਿਲਾਫ ਗੱਲ, ਬਾਦਲਾਂ ਦੇ ਖਿਲਾਫ ਗੱਲ ਤਾਂ ਉੱਠਦੀ ਹੈ ਕਿ ਜਦੋਂ ਵੀ ਹੁਣ ਨਵੰਬਰ ਦੇ ਵਿੱਚ 26-27 ਤਰੀਕ ਨੂੰ ਪ੍ਰਧਾਨਗੀ ਦੀ ਮੀਟਿੰਗ ਹੋਣੀ ਹੈ, ਔਰ ਪ੍ਰਧਾਨ ਕਿਹਨੂੰ ਬਣਾਇਆ ਜਾਣਾ ਹੈ ਇਹ ਅੱਜ ਨਹੀਂ, ਅੱਜ ਤੋਂ ਪਹਿਲਾਂ ਦੀ ਰੀਤ ਵੀ ਦੇਖ ਲਿਓ ਧਾਰਨੀ ਸਾਹਿਬ। ਤੁਹਾਨੂੰ ਤਾਂ ਪਤਾ ਹੈ ਕਿ ਚੰਡੀਗੜ੍ਹੋਂ ਇੱਕ ਬੰਦਾ ਜਾਂਦਾ ਹੈ, ਉਹ ਲਿਫਾਫਾ ਕੱਢ ਕੇ ਦੇ ਦਿੰਦਾ ਹੈ, ਉਹਦਾ ਨਾਂ ਪੇਸ਼ ਕਰ ਦਿੱਤਾ ਜਾਂਦਾ ਹੈ, ਜਿਹੜੇ ਮੈਂਬਰ ਹੈ ਉਹ ਜਕਾਰਾ ਛੱਡ ਦਿੰਦੇ ਆ। ਸੋ ਇਸ ਕਰਕੇ ਸਾਰੀ ਸਿੱਖ ਸੰਗਤ ਨੂੰ ਪਤਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਉੱਤੇ ਪਿਛਲੇ 15-20 ਸਾਲਾਂ ਤੋਂ ਪੂਰਨ ਤੌਰ ਤੇ ਬਾਦਲਾਂ ਦਾ ਕਬਜ਼ਾ ਹੋਇਆ। ਇਸ ਕਰਕੇ ਇਸ ਕਬਜ਼ੇ ਨੂੰ ਲਾਉਣਾ, ਇਸ ਕਬਜ਼ੇ ਨੂੰ ਹਟਾਉਣਾ ਹਰ ਗੁਰਸਿੱਖ ਦਾ ਫਰਜ਼ ਹੈ। ਦੂਜੀ ਗੱਲ, ਧਾਰਨੀ ਸਾਹਿਬ ਤੁਸੀਂ ਵੀ ਗੁਰਸਿੱਖ ਹੋ, ਮੈਂ ਤੁਹਾਡੇ ਤੋਂ ਵੀ ਇੱਕ ਸਵਾਲ ਕਰਦਾ, ਮੈਂ ਤਾਂ ਆਪਣੀ ਗੱਲ ਦਾ ਕਲੀਅਰ ਜਵਾਬ ਦੇ ਚੁੱਕੇ ਹਾਂ। ਸ਼੍ਰੋਮਣੀ ਕਮੇਟੀ ਕੋਲ ਜਿੰਨਾ ਸਰਮਾਇਆ ਅੱਜ ਹੈ ਔਰ ਜਿੰਨਾ ਸਰਮਾਇਆ ਪਿਛਲੇ ਸਮਿਆਂ ਵਿੱਚ ਸੀ, ਹਰ ਗੁਰਦੁਆਰੇ ਕੋਣੀ ਐਫਡੀ ਸੀ। ਤੁਸੀਂ ਫਤਿਹਗੜ੍ਹ ਸਾਹਿਬ ਦੇ ਰਹਿਣ ਵਾਲੇ ਹੋ, ਜਥੇਦਾਰ ਟੌੜੇ ਦੇ ਹੁੰਦੇ ਫਤਿਹਗੜ੍ਹ ਸਾਹਿਬ ਗੁਰਦੁਆਰੇ ਦੇ ਨਾਂ ਵੀ ਐਫਡੀਆਂ ਸੀਗੀਆਂ, ਦਰਬਾਰ ਸਾਹਿਬ ਦੇ ਨਾਂ ਵੀ ਐਫਡੀ ਸੀ, ਹੋਰਾਂ ਗੁਰੂ ਘਰਾਂ ਕੋਲ। ਤੁਸੀਂ ਮੈਨੂੰ ਤੱਥ ਲਿਆ ਕੇ ਦੇ ਦਿਓ ਕਿ ਅੱਜ ਉਹ ਐਫਡੀਆਂ ਮੌਜੂਦ ਹੈ। ਜੇ ਅੱਜ ਉਹ ਐਫਡੀਆਂ ਮੌਜੂਦ ਨਹੀਂ ਤਾਂ ਉਹ ਐਫਡੀਆਂ ਗਈਆਂ। ਅੰਬ ਸਾਹਿਬ ਗੁਰਦੁਆਰੇ ਦੀ ਜ਼ਮੀਨ ਕਿੱਥੇ ਗਈ? ਜਿਹੜਾ ਉੱਥੇ ਪਲਾਜ਼ਾ ਬਣ ਰਿਹਾ ਉਹ ਕਿਹਨਾਂ ਦਾ ਬਣ ਰਿਹਾ? ਸੋ ਜਦੋਂ ਇਹ ਗੱਲਾਂ ਸੰਗਤ ਦੇ ਸਾਹਮਣੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਜਾਂ ਸਾਰੀਆਂ ਪੰਥਕ ਧਿਰਾਂ ਲਿਆ ਰਹੀਆਂ, ਤਾਂ ਇਹ ਫਰਜ਼ ਵੀ ਸਾਡਾ ਬਣਦਾ ਹੈ
ਬਣਦਾ ਕਿ ਜਦੋਂ ਸਾਡੇ ਗੁਰੂ ਘਰਾਂ ਦੀਆਂ ਜ਼ਮੀਨਾਂ ਹੀ ਵਿਕ ਰਹੀਆਂ ਤਾਂ ਉਹਨਾਂ ਜ਼ਮੀਨਾਂ ਨੂੰ ਵੇਚਣ ਵਾਲੇ ਕੌਣ ਹੈ? ਵੇਚਣ ਵਾਲੇ ਪ੍ਰਬੰਧਕ ਹੈ। ਪ੍ਰਬੰਧਕ ਕਿਹਦੇ ਕਬਜ਼ੇ ਅਧੀਨ ਹੈ? ਉਹ ਬਾਦਲ ਦੇ ਕਬਜ਼ੇ ਅਧੀਨ ਹੈ। ਤੇ ਇਸ ਕਰਕੇ ਧਾਰਨੀ ਸਾਹਿਬ ਐਜ ਏ ਸਿੱਖ ਅਸੀਂ ਤਾਂ ਤੁਹਾਨੂੰ ਵੀ ਕਹਿੰਦੇ ਆ ਕਿ ਆਪਾਂ ਸਾਰੇ ਇਕੱਠੇ ਹੋ ਕੇ ਨਾ ਚੋਰਾਂ ਨੂੰ ਸ਼੍ਰੋਮਣੀ ਕਮੇਟੀ ਤੋਂ ਲਾਂਭੇ ਕਰੀਏ। ਰਹੀ ਗੱਲ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਦੀ, ਉਹ ਤਾਂ ਉਸੇ ਦਿਨ ਤੋਂ ਹੀ ਲੜ ਰਹੇ ਆ ਔਰ ਉਹਨਾਂ ਨੇ ਕਿਹਾ ਕਿ ਇਸ ਅਮਰਬੇਲ ਨੂੰ ਜਿੰਨੀ ਦੇਰ ਇਹਨਾਂ ਤੋਂ ਸਿੱਖ ਲਾਂਭੇ ਨਹੀਂ ਕਰਦੇ ਇਸ ਬੂਟੇ ਤੋਂ, ਉਨੀ ਦੇਰ ਸਿੱਖੀ ਦਾ ਬੂਟਾ ਪ੍ਰਫੁੱਲਤ ਨਹੀਂ ਹੋਣਾ। ਮੈਂ ਬੜੇ ਕਲੀਅਰ ਸ਼ਬਦਾਂ ਦੇ ਨਾਲ ਕਹਾਂਗਾ ਕਿ ਧਾਰਨੀ ਸਾਹਿਬ ਤੁਸੀਂ ਤਾਂ ਇਹ ਗੱਲ ਕਰਦੇ ਹੋ ਜਿੱਥੇ 328 ਸਰੂਪਾਂ ਦੀ ਗੱਲ ਹੈ ਜਾਂ ਹੋਰ ਹੈ। ਅੱਜ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ, ਜੋ ਸਾਨੂੰ ਅੰਦਰੂਨੀ ਪਤਾ ਲੱਗਿਆ ਹੈ ਕਿ ਸ਼੍ਰੋਮਣੀ ਕਮੇਟੀ ਦਾ ਤਾਂ ਪ੍ਰਧਾਨ ਵੀ ਦੁਖੀ ਹੈ, ਔਰ ਮੈਂ ਅੱਗੇ ਜਾ ਕੇ ਅੱਜ ਡਿਬੇਟ ਦੇ ਵਿੱਚ ਵੀ ਕਹਿ ਦਿੰਦਾ ਕਿ ਸ਼੍ਰੋਮਣੀ ਕਮੇਟੀ ਦਾ ਤਾਂ 75% ਕੰਮ ਹੈ ਜਿਹੜਾ ਉਹ ਦਰਬਾਰਾ ਸਿੰਘ ਗੁਰੂ ਚਲਾ ਰਿਹਾ ਹੈ। ਤੁਸੀਂ ਗੱਲ ਕਰ ਲਿਓ, ਪੁੱਛ ਲਿਓ ਜਾ ਕੇ ਲੌਂਗੋਵਾਲ ਨੂੰ ਕਿ ਸਾਰਾ ਕੁਝ ਬਣਾ ਕੇ ਦਰਬਾਰਾ ਸਿੰਘ ਗੁਰੂ ਦੇ ਦਿੰਦਾ ਹੈ ਤੇ ਉਹਨੂੰ ਤਾਂ ਸਾਈਨ ਕਰਨੇ ਪੈਣੇ ਆ ਤੁਹਾਡੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ। ਸੋ ਇਸ ਕਰਕੇ ਅੱਜ ਹਾਲਾਤ ਤਾਂ ਇੰਨੇ ਵਿਗੜੇ ਪਏ ਆ। ਜੀ ਆਪਾਂ ਜਵਾਬ ਲੈਣੇ ਆ ਜੋਗਾ ਸਿੰਘ ਜੀ। ਜੋਗਾ ਸਿੰਘ ਜੀ, ਅੱਗੇ ਜਾਣ ਤੋਂ ਪਹਿਲਾਂ ਇੱਕ ਸਵਾਲ ਮੈਂ ਇਹ ਵੀ ਲਵਾਂਗਾ, ਅਕਾਲੀ ਦਲ ਜਿਹੜੇ ਹੈਗੇ ਸੁਖਬੀਰ ਸਿੰਘ ਬਾਦਲ ਦੀ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਉਹਨਾਂ ਕੋਲ ਇਹ ਵੀ ਸਵਾਲ ਉੱਠ ਰਿਹਾ ਹੈ ਕਿ ਪਿਛਲੀ ਵਾਰ ਵੀ ਜਿਹੜਾ ਹੈਗਾ ਜਥੇਦਾਰ ਰਣਜੀਤ ਸਿੰਘ ਜੀ, ਬਾਬਾ ਸਰਬਜੋਤ ਸਿੰਘ ਬੇਦੀ, ਪਿਛਲੀ ਵਾਰ ਵੀ ਇਹ ਇਕੱਠੇ ਸੀ ਤੇ ਪਿਛਲੀ ਵਾਰ ਇਕੱਠੇ ਹੋਣ ਦੇ ਬਾਵਜੂਦ ਵੀ ਜਿਹੜਾ ਹੈਗਾ ਕੋਈ ਇਹ ਜਿਹੜਾ ਕਬਜ਼ਾ ਜਿਹਦੀ ਆਪਾਂ ਗੱਲ ਕਰਦੇ ਹਾਂ ਨਹੀਂ ਛਡਾ ਸਕੇ। ਤੇ ਹੁਣ ਆਪਾਂ ਕਿਵੇਂ ਸਮਝਦੇ ਹਾਂ ਜੇ ਸੱਦਾ ਦਿੰਦਾ ਤੇ ਸਿੱਖ ਭਾਈਚਾਰਾ ਜਿਹੜਾ ਹੈਗਾ ਕਬਜ਼ੇ ਤੋਂ ਮੁਕਤ ਕਰਾਏਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ? ਜੋਗਾ ਸਿੰਘ ਜੀ, ਸੰਖੇਪ ਦੇ ਵਿੱਚ ਇਸ ਮੁੱਦੇ ਤੇ ਦੇਖੋ, ਸਵਾਲ ਇਹ ਹੈ ਜੀ ਕਿ ਸਿੱਖਾਂ ਦੇ ਗੁਰਧਾਮਾਂ ਦੇ ਉੱਤੇ ਪਹਿਲਾਂ ਵੀ ਮਹੰਤਾਂ ਨੇ ਵੀ ਕਬਜ਼ਾ ਕੀਤਾ ਹੋਇਆ ਸੀਗਾ। ਉਹ ਇਹ ਨਹੀਂ ਹੈਗਾ ਕਿ ਪਹਿਲੀ ਵਾਰੇ ਹੱਲਾ ਬੋਲ ਕੇ ਛਡਾ ਲਿਆ ਸੀ। ਇਸ ਕਰਕੇ ਜੇਕਰ ਪਿਛਲੀ ਵਾਰ ਅਸੀਂ ਕਾਮਯਾਬ ਨਹੀਂ ਹੋਏ, ਲੇਕਿਨ ਜੇ ਤੁਸੀਂ ਤਾਂ ਇਹਨਾਂ ਦੀਆਂ ਵੋਟਾਂ ਦੇ ਬਰਾਬਰ ਵੋਟ ਬਣਨਗੀਆਂ। ਮੈਂ ਇਹ ਕਹਿਣਾ ਹੈ ਕਿ ਜੇਕਰ ਪਿਛਲੀ ਵਾਰ ਕਾਮਯਾਬ ਨਹੀਂ ਹੋਏ, ਕੀ ਅਸੀਂ ਸਾਰੇ ਗੁਰਸਿੱਖ ਹੁਣ ਆਪਣੀ ਮੁਹਿੰਮ ਨੂੰ ਖਤਮ ਕਰ ਦਈਏ ਕਿ ਜੀ ਅਸੀਂ ਤਾਂ ਕਾਮਯਾਬ ਨਹੀਂ ਹੋਏ, ਅਸੀਂ ਗੁਰੂ ਘਰਾਂ ਦਾ ਕਬਜ਼ਾ ਨਹੀਂ ਛਡਾ ਸਕਦੇ? ਸੋ ਇਸ ਕਰਕੇ ਅੱਜ ਦਾ ਬੱਚਾ ਜਾਣੂ ਹੋ ਗਿਆ ਜੀ, ਬਰਗਾੜੀ ਤੋਂ ਬਾਅਦ ਕੀ, 328 ਤੋਂ ਕਦਵੀ ਤੋਂ ਬਾਅਦ ਕੀ। ਓਕੇ, ਮਿਹਰਬਾਨੀ। ਜਿਹੜਾ ਹੈਗਾ ਆਪਾਂ ਫੇਰ ਆਨੇ ਆ ਤੁਹਾਡੇ ਵੱਲ ਇਸੇ ਮੁੱਦੇ ਨੂੰ ਲੈ ਕੇ। ਅਮਰਿੰਦਰ ਜੀ, ਜਿਸ ਮਾਮਲੇ ਤੇ ਧਾਰਨੀ ਜੀ ਨੇ ਔਰ ਜੋਗਾ ਸਿੰਘ ਜੀ ਨੇ ਜਿਹੜੇ ਕਮੈਂਟਸ ਦਿੱਤੇ, ਆਪਣਾ ਵਿਊ ਪੁਆਇੰਟ ਦਿੱਤਾ ਹੈ, ਜੋ ਮੀਟਿੰਗ ਹੋਈ ਆ ਵੱਖ-ਵੱਖ ਅਕਾਲੀ ਦਲਾਂ ਦੀ, ਪੰਥਕ ਤਰ੍ਹਾਂ ਦੀ, ਜਿਹੜੀ ਆਪਾਂ ਗੱਲ ਕਰਦੇ ਹਾਂ ਕਿ ਬਾਦਲਾਂ ਨੂੰ ਚੁਣੌਤੀ ਦੇਣ ਦੀ ਗੱਲ, ਕੀ ਇਹ ਚੁਣੌਤੀ ਜਿਹੜੀ ਹੈਗੀ ਹੈ ਵਾਕਈ ਕੋਈ ਗੰਭੀਰ ਜਿਹੜਾ ਹੈਗਾ ਚੁਣੌਤੀ ਹੋਏਗੀ? ਜਿੱਦਾਂ ਅਕਾਲੀ ਦਲ ਦਾ ਕਹਿਣਾ ਹੈ ਕਿ ਜਮਹੂਰੀ ਪ੍ਰਕਿਰਿਆ ਦੇ ਨਾਲ ਅਸੀਂ ਹਮੇਸ਼ਾ ਚੁਣ ਕੇ ਆਉਂਦੇ ਹਾਂ, ਤੁਹਾਨੂੰ ਲੱਗਦਾ ਹੈ ਕਿ ਹੁਣ ਜਿਹੜਾ ਵੱਖਰੀ ਕਿਸਮ ਦੀ ਲੜਾਈ ਹੋਏਗੀ ਜਿਹੜੀ ਆਪਾਂ ਲਕੀਰ ਖਿੱਚਣ ਦੀ ਗੱਲ ਕਰਦੇ ਹਾਂ? ਅਮਰਿੰਦਰ ਜੀ ਦੇਖੋ ਸਿੱਧੂ ਸਾਹਿਬ, ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਬਈ ਇਹ ਪੰਜ ਜਿਹੜੇ ਧਿਰਾਂ ਹੈਗੀਆਂ ਇਕੱਠੀਆਂ ਹੋਈਆਂ, ਇਹਦਾ ਜਿਹੜਾ ਪਿਛੋਕੜ ਹੈ, ਇਹਦਾ ਪਿਛੋਕੜ ਪਾਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਅਦਬੀ ਹੋਈ ਹੈ ਪਿਛਲੇ ਦਿਨਾਂ ਦੇ ਵਿੱਚ, ਉਸ ਤੋਂ ਬਾਅਦ ਜਿਹੜੇ ਸਰੂਪ ਅਗਨ ਭੇਟ ਹੋਏ ਆ, ਸਰੂਪ ਜਿਹੜੇ ਆ ਉਹ ਅਨਟ੍ਰੇਸ ਹੋ ਗਏ ਆ, ਕਿੱਥੇ ਚਲੇ ਗਏ, ਕਿਹਨਾਂ ਨੂੰ ਦੇਤੇ, ਕਿਹਦੇ ਇਸ਼ਾਰੇ ਤੇ ਦੇ ਦਿੱਤੇ ਗਏ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਮਾਨ ਮਰਿਆਦਾ ਹੀ ਸੁਰੱਖਿਅਤ ਨਹੀਂ ਰਹੀ ਤੇ ਉਸ ਚੀਜ਼ ਨੂੰ ਦੇਖਦੇ ਹੋਏ ਇਹ ਫੈਸਲਾ ਪੰਜ ਧਿਰਾਂ ਨੇ ਜਿਹੜਾ ਕੀਤਾ ਕੱਲ, ਮੈਂ ਸਮਝਦਾ ਕਿ ਵੀ ਇਹ ਪਹਿਲੀ ਗੱਲ ਤਾਂ ਸ਼ਲਾਘਾਯੋਗ ਕੰਮ ਹੈ। ਜੇਕਰ ਅਸੀਂ ਇਹ ਗੁਰੂ ਮਹਾਰਾਜ ਦੀ ਬੇਅਦਬੀ ਹੁੰਦੀ ਦੇਖੀ ਜਾਈਏ ਤੇ ਤਾਂ ਵੀ ਆਪਸ ਵਿੱਚ ਲੜੀ ਜਾਈਏ ਤੇ ਮਤਲਬ ਨਾਰਾ ਵੀ ਇਹ ਦਈਏ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਨਹੀਂ ਬਰਦਾਸ਼ਤ ਕਰਦੇ, ਚੋਣ ਲੜਾਂਗੇ। ਸੋ ਉਸ ਮੁੱਦੇ ਨਜ਼ਰ ਜਿਹੜਾ ਇਕੱਠ ਹੋਇਆ ਹੈ ਤੇ ਮੈਂ ਇਹ ਸਮਝਦਾ ਕਿ ਵੀ ਇਹ ਇਕੱਠ ਜਿਹੜਾ ਹੈਗਾ ਸੰਗਤ ਦੀ ਭਾਵਨਾ ਦੇ ਹਿਸਾਬ ਨਾਲ, ਸੰਗਤ ਦਾ ਜਿਹੜਾ ਪ੍ਰੈਸ਼ਰ ਥੱਲੇ ਬਣ ਰਿਹਾ ਹੈ ਉਹਨੂੰ ਦੇਖਦੇ ਹੋਏ ਇਹ ਕੰਪੈਲ ਹੋ ਰਹੇ ਆ ਲੀਡਰ ਕੇ ਵੀ ਇਹ ਇਕੱਠੇ ਹੋਣ। ਤੇ ਦੂਸਰੀ ਗੱਲ ਜਿਹੜੀ ਧਾਰਨੀ ਜੀ ਨੇ ਕੀਤੀ ਹੈ ਕਿ ਵੀ ਇਹ ਕਬਜ਼ਾ ਕਦੋਂ ਤੋਂ ਹੋਇਆ? ਇਹ ਕਬਜ਼ਾ ਧਾਰਨੀ ਸਾਹਿਬ ਉਦੋਂ ਤੋਂ ਹੋਇਆ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਦਰਬਾਰ ਸਾਹਿਬ ਤੋਂ ਮਨਾ ਕਰਤਾ। ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਜਦੋਂ ਬਣੇ ਪਹਿਲੀ ਵਾਰ ਤੇ ਉਹਨਾਂ ਨੂੰ ਸਰੋਪਾ ਦੇਣ ਤੋਂ ਮਨਾ ਕਰ ਦਿੱਤਾ ਗਿਆ ਦਰਬਾਰ ਸਾਹਿਬ ਦੇ ਅੰਦਰ, ਉਹ ਕਬਜ਼ਾ ਦਰਸਾਉਂਦਾ ਹੈ। ਦੂਸਰੀ ਗੱਲ ਹੈ ਜਦੋਂ ਬਾਦਲ ਸਾਹਿਬ ਨੂੰ ਜੇ ਗ੍ਰੰਥੀ ਸਿੰਘ ਨੇ ਸਰੋਪਾ ਦੇਣ ਤੋਂ ਮਨਾ ਕਰਤਾ ਤੇ ਉਹ ਗ੍ਰੰਥੀ ਦੀ ਇਹਨਾਂ ਨੇ ਮਤਲਬ ਉਹਦੀ ਨੌਕਰੀ ਕਰਨੀ ਹਰਾਮ ਕਰਤੀ ਤੇ ਉਹ ਜਿਹੜਾ ਬੰਦਾ ਹੈਗਾ ਉਹ ਗਰੀਬੀ ਦੇ ਵਿੱਚ ਸਾਈਕਲ ਦੇ ਉੱਪਰ ਆਪਣਾ ਘੁੰਮਦਾ ਫਿਰਦਾ ਹੈ ਤੇ ਐਸੇ ਹਾਲਾਤਾਂ ਦੇ ਵਿੱਚ ਉਹਨੂੰ ਮਤਲਬ ਕੋ ਕੇ ਜਿਹਨੂੰ ਕਹਿੰਦੇ ਆ ਮਤਲਬ ਉਹਨੂੰ ਧੱਕਿਆ ਗਿਆ। ਸੋ ਇਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਇਹ ਕਬਜ਼ਾ ਦਰਸਾਉਂਦਾ। ਦੂਸਰੀ ਗੱਲ ਹੈ ਵੀ ਸਰਸੇ ਵਾਲੇ ਸਾਧ ਨੂੰ ਮਾਫੀ ਦੇਣ ਲਈ ਜਿਵੇਂ ਸਿੰਘ ਸਾਹਿਬ ਨੂੰ ਆਪਣੀ ਕੋਠੀ ਬੁਲਾਇਆ ਗਿਆ ਸੀਐਮ ਸਾਹਿਬ ਵੱਲੋਂ, ਤੇ ਇਹੀ ਕਬਜ਼ਾ ਹੁੰਦਾ। ਕਬਜ਼ਾ ਹੋਰ ਕੀ ਹੁੰਦਾ? ਕਬਜ਼ਾ ਇਹ ਹੁੰਦਾ ਕਿ ਬਈ ਜੋ ਅਸੀਂ ਚਾਹਾਂਗੇ ਉਹ ਹੋਏਗਾ। ਸੋ ਇਹ ਚੀਜ਼ਾਂ ਜਿਹੜੀਆਂ ਪ੍ਰਤੱਖ ਦੇਖਣ ਨੂੰ ਮਿਲ ਰਹੀਆਂ ਤੇ ਅਜੇ ਵੀ ਤੁਸੀਂ ਕਹਿੰਦੇ ਹੋ ਵੀ ਕਬਜ਼ਾ ਨਹੀਂ ਹੈ, ਮੈਂਬਰ ਜਿਹੜੇ ਆ ਆਪਣੀ ਮਨਮਾਨੀ ਨਾਲ ਆਪਣੀ ਰਾਏ ਨਾਲ ਚੱਲ ਰਹੇ ਆ, ਤਾਂ ਇਹ ਮਤਲਬ ਲੋਕਾਂ ਦੀ ਅੱਖਾਂ 'ਚ ਘੱਟਾ ਅਸੀਂ ਜ਼ਿਆਦਾ ਦੇਰ ਨਹੀਂ ਪਾ ਸਕਦੇ।
1 ਕਰੋੜ ਜੀ, ਰੁਪਏ ਜੀ। ਦੇ ਇਸ਼ਤਿਹਾਰ ਲਾ ਦਿੱਤੇ ਜਾਂਦੇ ਆ ਗੋਲਕ ਦੇ ਵਿੱਚੋਂ ਪੈਸਾ ਚੱਕ ਕੇ ਜਸਟੀਫਾਈ ਕਰਨ ਲਈ ਕਿ ਸਰਸੇ ਵਾਲੇ ਸਾਧ ਨੂੰ ਸਹੀ ਮਾਫੀ ਦਿੱਤੀ ਗਈ ਹੈ ਤੇ ਫਿਰ ਬੈਕ ਹੋ ਜਾਂਦੇ ਆ ਕਿ ਜੀ ਮਾਫੀ ਤੋਂ ਪਿੱਛੇ ਹਟ ਗਏ ਸੀ। ਸੋ ਇਹ ਜਿਹੜੀ ਦੁਰਵਰਤੋਂ ਹੋ ਰਹੀ ਹੈ ਇਹ ਕਬਜ਼ਾ ਦਰਸਾਉਂਦੀ ਹੈ। ਸੋ ਇਸ ਨੂੰ ਜੇ ਤੁਸੀਂ ਕਬਜ਼ਾ ਨਹੀਂ ਸਮਝਦੇ ਤਾਂ ਹੁਣ ਇਹਦੇ ਚ ਤਾਂ ਫਿਰ ਸੰਗਤ ਡਿਸਾਈਡ ਕਰੇਗੀ। ਸੋ ਮੇਰੀ ਤਾਂ ਬੇਨਤੀ ਹੈ ਅਮਰਿੰਦਰ ਜੀ ਕਿ ਆਪਾਂ ਤੁਸੀਂ ਜੀ ਅਮਰਿੰਦਰ ਜੀ ਆਪਾਂ ਜੋੜ ਲੈਂਦੇ ਹਾਂ ਇਸ ਮੁੱਦੇ ਤੇ, ਪਰ ਜਿਹੜਾ ਦੂਜੀ ਧਿਰ ਵੱਲੋਂ ਸਵਾਲ ਖੜਾ ਕੀਤਾ ਜਾ ਰਿਹਾ ਉਹਨਾਂ ਦਾ ਇਹ ਵੀ ਕਹਿਣਾ ਜਿੱਦਾਂ ਆਪਾਂ ਬਾਬਾ ਸਰਬਜੋਤ ਸਿੰਘ ਬੇਦੀ ਇੱਕ ਸਨਮਾਨਿਤ ਹਸਤੀ ਹੈ, ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ, ਪਰ ਇਹ ਸਵਾਲ ਵੀ ਉੱਠ ਰਿਹਾ ਹੈ ਕਿ ਜਿਹੜਾ ਬਾਬਿਆਂ ਦਾ ਪ੍ਰਬੰਧ ਹੈਗਾ ਹੈ, ਜੇ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦੀ ਗੱਲ ਕਰਦੇ ਹਾਂ ਉਹਦੇ ਤਾਂ ਫਿਰ ਵੀ ਉਹ ਕਹਿੰਦੇ ਕੋਈ ਜਮਹੂਰੀ ਸਿਸਟਮ ਹੈਗਾ। ਬਾਬਿਆਂ ਦੇ ਪ੍ਰਬੰਧ ਦਾ ਕੋਈ ਪੁੱਛਗਿੱਛ ਹੀ ਹੈ ਨਹੀਂ ਕਿ ਜਿਹੜਾ ਸਿੱਖ ਸੰਗਤ ਦਾ ਪੈਸਾ ਕਿੱਧਰ ਆਉਂਦਾ ਤੇ ਕਿੱਧਰ ਲੱਗਦਾ ਹੈ। ਇਸ ਕਰਕੇ ਇਸ ਨਿਜ਼ਾਮ ਦੇ ਉੱਤੇ ਕੀ ਉਹ ਕਹਿੰਦੇ ਫਿਰ ਇਸ ਤਰ੍ਹਾਂ ਦਾ ਬਦਲ ਲਿਆਵਾਂਗੇ। ਦੇਖੋ ਸਿੱਧੂ ਸਾਹਿਬ, ਉਹਦੇ ਵਿੱਚ ਜਿਹੜੇ 5 ਬੰਦਿਆਂ ਨੇ ਕੱਲ ਮੀਟਿੰਗ ਕੀਤੀ ਉਹਨਾਂ ਨੇ 5 ਨੇ ਐਲਾਨ ਕੀਤਾ ਕਿ ਅਸੀਂ ਚੋਣ ਨਹੀਂ ਲੜਨੀ। ਸੋ ਜਦੋਂ ਬਾਬਿਆਂ ਨੇ ਕੀ ਕਹਿਤਾ ਮੈਂ ਚੋਣ ਨਹੀਂ ਲੜਨੀ, ਮੈਂ ਐਸਜੀਪੀਸੀ ਦੇ ਵਿੱਚ ਨਹੀਂ ਆਣਾ, ਮੈਂ ਕੋਈ ਅਹੁਦਾ ਨਹੀਂ ਸੰਭਾਲਣਾ, ਮੈਂ ਸਿਰਫ ਪਬਲਿਕ ਨੂੰ ਅਪੀਲ ਕਰਨੀ ਹੈ ਐਜ਼ ਅ ਸਿੱਖ, ਤਾਂ ਇਹਦੇ ਲਈ ਤਾਂ ਤੁਸੀਂ ਨਹੀਂ ਰੋਕ ਸਕਦੇ। ਉਹਦੇ ਤਾਂ ਵੋਟ ਤਾਂ ਸਿੱਖ ਪਾਏਗਾ ਹੀ ਨਾ। ਗੱਲ ਇਹ ਹੈ ਕਿ ਬਈ ਜੇ ਬਾਬਾ ਸਰਬਜੋਤ ਸਿੰਘ ਬੇਦੀ ਕਹਿਣ ਕਿ ਮੈਂ ਚੋਣ ਲੜਾਂਗਾ ਤੇ ਮੈਨੂੰ ਪ੍ਰਧਾਨ ਬਣਾਇਓ ਤੁਸੀਂ, ਤਾਂ ਅਸੀਂ ਮੰਨ ਸਕਦੇ ਹਾਂ ਕਿ ਬਾਬਿਆਂ ਦਾ ਕਬਜ਼ਾ ਹੋਏਗਾ ਇਹਦੇ ਤੇ, ਮਤਲਬ ਜਿਹੜਾ ਜਮਹੂਰੀ ਤਰੀਕਾ ਉਹ ਡਿਫਰੈਂਟ ਹੋਏਗਾ। ਪਰ ਜਦੋਂ ਇੱਕ ਬੰਦਾ ਕਹਿ ਰਿਹਾ ਕਿ ਵੀ ਮੈਂ ਚੋਣ ਲੜਨੀ ਨਹੀਂ ਹੈ, ਪਬਲਿਕਲੀ ਕਹਿ ਰਿਹਾ, ਸਾਰੀ ਸੰਗਤ ਦੇ ਸਾਹਮਣੇ ਖੜਾ ਹੋ ਕੇ ਪ੍ਰੈਸ ਦੇ ਵਿੱਚ ਕਹਿ ਰਿਹਾ ਕਿ ਮੈਂ ਚੋਣ ਨਹੀਂ ਲੜਨੀ, ਤੇ ਉਹਨੂੰ ਅਸੀਂ ਕਿਵੇਂ ਕਹਿ ਦਾਂਗੇ ਕਿ ਵੀ ਇੱਕ ਐਸਜੀਪੀਸੀ ਦਾ ਕਬਜ਼ਾ ਕਰਨਾ ਚਾਹੁੰਦਾ ਹੈ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਮਨ ਘੜੰਤ ਗੱਲਾਂ ਹੈਗੀਆਂ, ਇਹਨਾਂ ਦੇ ਵਿੱਚ ਕੋਈ ਵਜਨ ਨਹੀਂ ਹੈ। ਤੇ ਜਿਹੜੇ ਕੈਂਡੀਡੇਟ ਉਤਾਰੇ ਜਾਣਗੇ ਉਹਨਾਂ ਨੂੰ ਪਬਲਿਕ ਦੇਖੇਗੀ, ਉਹ ਦੇਖ ਕੇ ਵੋਟ ਪਾਏਗੀ। ਬਿਲਕੁਲ ਤੁਹਾਡੀ ਗੱਲ ਆ ਗਈ। ਆਪਾਂ ਧਾਰਨੀ ਸਾਹਿਬ ਤੋਂ ਜੋੜ ਲੈਣੇ ਆ। ਧਾਰਨੀ ਸਾਹਿਬ, ਬਹੁਤ ਅਹਿਮ ਸਵਾਲ ਜਿਹੜਾ ਹੈਗਾ ਜੋਗਾ ਸਿੰਘ ਜੀ ਨੇ ਉਠਾਇਆ ਹੈ। ਉਹਨਾਂ ਨੇ ਕਿਹਾ ਕਿ ਜਦੋਂ ਗੱਲ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਉਹ ਕਹਿੰਦੇ ਜਿਹੜਾ ਪ੍ਰਧਾਨ ਹੈ ਉਹੀ ਦੁਖੀ ਹੈ, ਉੱਥੇ ਤਾਂ ਜਿਹੜੇ ਸਾਬਕਾ ਆਈਏਐਸ ਅਧਿਕਾਰੀ ਆ ਦਰਬਾਰਾ ਸਿੰਘ ਗੁਰੂ ਉਹੀ ਸਾਰੇ ਪ੍ਰਬੰਧ ਨੂੰ ਸੰਭਾਲ ਰਹੇ ਆ, ਜ਼ਿੰਮੇਵਾਰੀਆਂ ਸੰਭਾਲ ਰਹੇ ਆ। ਇਦਾਂ ਹੀ ਅਮਰਿੰਦਰ ਜੀ ਨੇ ਪ੍ਰਬੰਧ ਦੇ ਵਿੱਚ ਬੜੇ ਵੱਡੇ ਨਗਾਰ ਦੇ ਦੋਸ਼ ਲਾਏ ਹੈ, ਜਿਹਦੇ ਕਰਕੇ ਇਹ ਮਾਮਲਾ ਉੱਠਿਆ ਹੈ ਕਿ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਉਹਦੇ ਤਬਦੀਲੀ ਦੀ ਜ਼ਰੂਰਤ ਕਿਉਂ ਹੈ। ਧਾਰਨੀ ਜੀ ਦਿਓ ਜਵਾਬ। ਬਿਲਕੁਲ, ਦੇਖੋ ਜਿੱਥੋਂ ਤੱਕ ਤਾਂ ਜੋਗਾ ਸਿੰਘ ਉਹਨਾਂ ਦੀ ਗੱਲ ਹੈਗੀ ਆ, ਸਰਦਾਰ ਜੋਗਾ ਸਿੰਘ ਕੋਲ ਕਿਹੜੀ ਇੰਟੈਲੀਜੈਂਸ ਹੈਗੀ ਆ ਇਹ ਹੀ ਬਿਹਤਰ ਜਾਣਦੇ ਹੈਗੇ ਆ ਕਿ ਜਿਹੜੀ ਇਹਨਾਂ ਨੇ ਕਿਹਾ ਕਿ ਦਿੱਲੀ ਚੰਡੀਗੜ੍ਹ ਤੋਂ ਇੱਕ ਬੰਦਾ ਤੁਰਦਾ ਹੈ, ਉਹਦੇ ਕੋਲ ਲਿਫਾਫਾ ਹੁੰਦਾ ਹੈ, ਉਹ ਅੰਦਰ ਜਾ ਕੇ ਜਿਹੜਾ ਦਿੱਤਾ ਜਾਂਦਾ ਫਿਰ ਉਹ ਪ੍ਰਧਾਨ ਬਣ ਜਾਂਦਾ ਹੈ। ਔਰ ਦੂਜੀ ਇਹਨਾਂ ਨੇ ਕਿਹਾ ਦਰਬਾਰਾ ਸਿੰਘ ਗੁਰੂ ਲਿਖ ਕੇ ਦਿੰਦਾ ਹੈ। ਇਹ ਇਹਨਾਂ ਨੂੰ ਪਤਾ ਹੋ ਸਕਦਾ, ਸਾਨੂੰ ਨਹੀਂ ਇਹ ਪਤਾ ਹੈਗਾ। ਔਰ ਇੱਕ ਗੱਲ ਇਹਨਾਂ ਨੂੰ ਮੰਨ ਲੈਣੀ ਚਾਹੀਦੀ ਹੈ ਕਿ ਅੱਜ ਜੋ ਪ੍ਰਬੰਧ ਹੈਗਾ ਉਹ ਲੋਕਾਂ ਨੇ ਚੁਣ ਕੇ ਜਿਹੜਾ ਹੈਗਾ ਉਹ ਦਿੱਤਾ ਹੈਗਾ, ਆਪਣੇ ਨੁਮਾਇੰਦੇ ਜਿਹੜੇ ਹੈਗੇ ਆ ਬਣਾ ਕੇ ਭੇਜੇ ਹੈਗੇ ਆ, ਜਿਨ੍ਹਾਂ ਨੁਮਾਇੰਦਿਆਂ ਦੇ ਪ੍ਰਬੰਧ ਕਰਨ ਦੀ ਗੱਲ ਕਰ ਰਹੇ ਆ। ਮੈਂ ਇਹ ਸਵਾਲ ਉਠਾਉਣਾ ਸੀ, ਤੁਸੀਂ ਜਿਹੜਾ ਹੈਗਾ ਸਿੱਧੂ ਸਾਹਿਬ ਪਹਿਲਾਂ ਉਠਾਤਾ। ਦੇਖੋ ਪਹਿਲੀ ਗੱਲ ਤਾਂ ਮੇਰੇ ਆਬਜੈਕਸ਼ਨ ਹੈ ਕੁਛ। ਦੇਖੋ ਭਾਈ ਰਣਜੀਤ ਸਿੰਘ ਸਾਡੇ ਜਥੇਦਾਰ ਸਾਹਿਬ ਰਹੇ ਆ, ਮੈਂ ਉਹਨਾਂ ਦੀ ਬਹੁਤ ਇੱਜ਼ਤ ਕਰਦਾ, ਸਤਿਕਾਰਤ ਸ਼ਖਸੀਅਤ ਹੈਗੇ ਆ, ਉਹ ਹਮੇਸ਼ਾ ਰਹਿਣਗੇ। ਪਰ ਜੋ ਉਹਨਾਂ ਦੀ ਬੋਲੀ ਔਰ ਭਾਸ਼ਾ ਹੈਗੀ ਹੈ, ਜੋ ਮੌਜੂਦਾ ਜਿਹੜੇ ਜਥੇਦਾਰ ਹੈਗੇ ਆ ਉਹਨਾਂ ਦੇ ਖਿਲਾਫ ਉਹ ਜਿਸ ਤਰ੍ਹਾਂ ਬੋਲਦੇ ਹੈਗੇ ਆ, ਉਹ ਇੱਕ ਸ਼ੋਭਾ ਨਹੀਂ ਦਿੰਦਾ ਹੈਗਾ। ਜਥੇਦਾਰ ਤਾਂ ਬਹੁਤ ਹੰਬਲ ਔਰ ਬਹੁਤ ਹੀ ਆਪਣੇ ਆਪ ਨੂੰ ਨਿਮਾਣਾ ਕਹਿਣ ਵਾਲਾ ਸਿੱਖ ਹੁੰਦਾ ਹੈ ਹਮੇਸ਼ਾ ਹੀ। ਪਰ ਜਦੋਂ ਤੁਸੀਂ ਇਸ ਤਰ੍ਹਾਂ ਦੇ ਲਫ਼ਜ਼ ਔਰ ਇਹਨਾਂ ਦੀ ਭਾਸ਼ਾ ਜਿਹੜੀ ਹੈਗੀ ਆ ਉਹਨਾਂ ਦੀ, ਉਹ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਕਾਫੀ ਮਿਲਦੀ ਜੁਲਦੀ ਹੈਗੀ ਆ। ਅਗਲੀ ਗੱਲ ਜਿਹੜੀ ਹੈਗੀ ਬਾਬਾ ਸਰਬਜੋਤ ਸਿੰਘ ਬੇਦੀ ਉਹਨਾਂ ਦੀ, ਇੱਕ ਮਿੰਟ ਮੇਰੇ ਸੁਣ ਲਿਓ ਧਾਰਨੀ ਸਾਹਿਬ। ਹਾਂਜੀ ਹਾਂਜੀ ਧਾਰਨੀ ਸਾਹਿਬ, ਤੁਸੀਂ ਬਾਬਾ ਬੇਦੀ ਬਾਰੇ ਵੀ ਜ਼ਰੂਰ ਕਮੈਂਟ ਕਰਿਓ। ਮੈਂ ਕਹਿਣਾ ਚਾਹੁੰਦਾ ਜਦੋਂ ਤੁਸੀਂ ਮੈਂ ਪਹਿਲਾਂ ਸਵਾਲ ਮੇਰਾ ਨਾਲ ਸਵਾਲ ਵੀ ਲੈ ਲਿਓ ਧਾਰਨੀ ਸਾਹਿਬ। ਮੇਰੀ ਬੇਨਤੀ ਹੈ ਕਿ ਜਿਹੜੀ ਮੈਂ ਗੱਲ ਕਹਿ ਹਾਂਜੀ ਜੇ ਆਪਾਂ ਕਹਿ ਰਹੇ ਹਾਂ ਕਿ ਕੈਪਟਨ ਅਮਰਿੰਦਰ ਨਾਲ ਮਿਲਦੀ ਹੈ, ਤਾਂ ਪਿਛਲੇ ਦਿਨਾਂ 'ਚ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸਤਿਕਾਰਤ ਕਮੇਟੀ ਹੈਗੀ ਹੈ ਉਹਦੇ ਮੈਂਬਰਾਂ ਵੱਲੋਂ, ਉਹਦੇ ਆਗੂਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਹੈ ਲਾਪਤਾ, ਜਿਨ੍ਹਾਂ ਦਾ ਪਤਾ ਨਹੀਂ ਲੱਗ ਰਿਹਾ, ਉਹ ਮੰਗ ਰਹੇ ਆ, ਉਹਨਾਂ ਦੀ ਜਾਣਕਾਰੀ ਮੰਗ ਰਹੇ ਆ, ਉਹਨਾਂ ਵੱਲੋਂ ਧਰਨਾ ਦਿੱਤਾ ਗਿਆ। ਉਹਨਾਂ ਦਾ ਕਹਿਣਾ ਕਿ ਜਿਸ ਤਰੀਕੇ ਨਾਲ ਐਸਜੀਪੀਸੀ ਦੇ ਉੱਥੇ ਜਿਹੜੇ ਸੁਰੱਖਿਆ ਵਾਲੇ ਜਿਹੜੇ ਸਿਕਿਉਰਿਟੀ ਮੁਲਾਜ਼ਮ ਹੈਗੇ ਆ ਉਹਨਾਂ ਦਾ ਕਟਾਪਾ ਚਾੜਿਆ ਗਿਆ, ਕੀ ਇਹ ਗੱਲਾਂ ਕਿਤੇ ਸ਼ੁਭਾ ਦਿੰਦੀਆਂ ਪੰਥ ਦੇ ਅੰਦਰ? ਫਿਰ ਪੀੜੀ ਹੇਠਾਂ ਸੋਟਾ ਦਾ ਸਾਰਿਆਂ ਨੂੰ ਮਾਰਨ ਦੀ ਜ਼ਰੂਰਤ ਹੈ ਨਾ ਧਾਰਨੀ ਜੀ। ਧਾਰਨੀ ਜੀ, ਜਿਸ ਮੁੱਦੇ ਤੇ ਤੁਸੀਂ ਗੱਲ ਕਰ ਰਹੇ ਹੋ ਪਲੀਜ਼ ਆਪਣੀ ਗੱਲ ਜ਼ਰੂਰ ਕਹੋ, ਪਰ ਮੈਂ ਇੱਕ ਸਵਾਲ ਲੈਣਾ ਚਾਹੁੰਦਾ ਹਾਂ। ਜਦੋਂ ਆਪਾਂ ਗੱਲ ਕਰ ਰਹੇ ਹਾਂ ਕਿ ਜਿਹੜੇ ਸਾਬਕਾ ਜਥੇਦਾਰ ਆ ਭਾਈ ਰਣਜੀਤ ਸਿੰਘ, ਉਹਨਾਂ ਦੀ ਬੋਲਬਾਣੀ ਦੀ ਕੈਪਟਨ ਅਮਰਿੰਦਰ ਨਾਲ ਉਸ ਤਰ੍ਹਾਂ ਦੀ ਖਰਬੀ ਤੇ ਮਿਲਦੀ ਜੁਲਦੀ ਹੈ,
ਤਾਂ ਪਿਛਲੇ ਦਿਨਾਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸਤਿਕਾਰਤ ਕਮੇਟੀ ਹੈਗੀ ਹੈ ਉਹਦੇ ਮੈਂਬਰਾਂ ਵੱਲੋਂ ਉਹਦੇ ਅਹੁਦੇਦਾਰਾਂ ਵੱਲੋਂ ਇਸ ਗੱਲ ਦੇ ਲਈ ਧਰਨਾ ਦਿੱਤਾ ਗਿਆ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਾਪਤਾ ਹੋਏ ਹੈ ਉਹਨਾਂ ਦੀ ਉਹ ਜਾਣਕਾਰੀ ਲੈਣਾ ਚਾਹੁੰਦੇ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸੁਰੱਖਿਆ ਮੁਲਾਜ਼ਮ ਹੈਗੇ ਆ ਉਹਨਾਂ ਦਾ ਕਹਿਣਾ ਕਿ ਜਿਸ ਤਰੀਕੇ ਨਾਲ ਉਹਨਾਂ ਨੂੰ ਕਟਾਪਾ ਚਾੜਿਆ ਗਿਆ, ਐਡੇ ਵੱਡੇ ਸਾਡੇ ਧਾਰਮਿਕ ਸਥਾਨ ਦੇ ਉੱਤੇ ਇਦਾਂ ਦਾ ਵਰਤਾਰਾ ਹੋਣਾ, ਇਹ ਕਿਹੜਾ ਸ਼ੋਭਾ ਦਿੰਦਾ ਜੀ। ਫਿਰ ਸਾਨੂੰ ਸਾਰਿਆਂ ਨੂੰ ਆਪਣੀਆਂ ਪੀੜ੍ਹੀਆਂ ਹੇਠਾਂ ਸੋਟਾ ਫੇਰਨ ਦੀ ਜ਼ਰੂਰਤ ਲੱਗਦੀ ਹੈ ਧਾਰਨੀ ਜੀ। ਬਿਲਕੁਲ, ਮੈਂ ਨਾ ਜੀ ਸਾਰੇ ਜਵਾਬ ਦੇ ਦੂੰਗਾ ਜੀ ਸਿੱਧੂ ਸਾਹਿਬ। ਸਭ ਤੋਂ ਪਹਿਲਾਂ ਜੀ ਪਲੀਜ਼ ਮੈਂ ਅਗਲੀ ਗੱਲ ਕਰਦਾ ਕਿ ਬਾਬਾ ਸਰਬਜੋਤ ਸਿੰਘ ਬੇਦੀ ਉਹਨਾਂ ਦੀ ਜਿੱਥੋਂ ਤੱਕ ਗੱਲ ਹੈਗੀ ਆ, ਦੇਖੋ ਉਹ ਵੀ ਬਹੁਤ ਸਤਿਕਾਰਤ ਹੈਗੇ ਆ। ਜੇ ਆਪਾਂ ਡੇਰਾ ਬਾਬਾ ਨਾਨਕ ਜਾਈਏ ਤਾਂ ਉੱਥੇ ਮੈਂ ਐਤਕੀ ਮੈਨੂੰ ਜਾਣ ਦਾ ਮੌਕਾ ਮਿਲਿਆ ਤੇ ਉੱਥੇ 2 ਗੁਰਦੁਆਰਾ ਸਾਹਿਬ ਹੈਗੇ ਆ। ਇੱਕ ਗੁਰਦੁਆਰਾ ਸਾਹਿਬ ਉਹ ਹੈਗਾ, ਉਹ ਆਪਣੇ ਆਪ ਨੂੰ ਇਹ ਕਹਿੰਦੇ ਆ ਕਿ ਅਸੀਂ ਗੁਰੂ ਨਾਨਕ ਸਾਹਿਬ ਦੀ 17ਵੀਂ ਵੰਸ਼ ਹੈਗੇ ਆ ਜੀ। ਸਾਡਾ ਗੁਰਦੁਆਰਾ ਇੱਥੇ ਅਰਦਾਸ ਕਰਾਓ ਇੰਨੇ ਪੈਸੇ, ਇਸ ਚੀਜ਼ ਦੇ ਇੰਨੇ ਪੈਸੇ। ਜਦੋਂ ਗੁਰੂ ਨਾਨਕ ਦੇਵ ਜੀ ਨੇ ਜਦੋਂ ਪੰਥ ਚਲਾਇਆ ਤਾਂ ਉਹਨਾਂ ਨੇ ਆਪਣੇ ਪਰਿਵਾਰਵਾਦ ਵਾਲੀ ਗੱਲ ਨਹੀਂ ਕੀਤੀ, ਉਹਨਾਂ ਨੇ ਆਪਣੇ ਪਰਿਵਾਰ ਨੂੰ ਪਿੱਛੇ ਰੱਖ ਕੇ ਭਾਈ ਲਹਿਣਾ ਨੂੰ ਜਿਹੜੀ ਹੈਗੀ ਹੈ ਗੁਰਗੱਦੀ ਦਿੱਤੀ। ਪਰ ਅੱਜ ਉਹੀ ਕੁਛ ਜਿਹੜਾ ਹੈਗਾ ਬਾਬਾ ਸਰਬਜੋਤ ਬੇਦੀ ਉਹਨਾਂ ਦੀ ਇਸੇ ਕਰਕੇ ਇੱਜ਼ਤ ਕਰਦੇ ਆ ਨਾ ਆਪਾਂ, ਵੀ ਉਹ ਗੁਰੂ ਨਾਨਕ ਦੇਵ ਜੀ ਦੇ ਵੰਸ਼ਜ ਹੈਗੇ ਆ। ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈਗੀ ਆ ਉਹ ਇੱਕ ਪਾਈ ਦਾ ਹਿਸਾਬ ਦਿੰਦੀ ਹੈਗੀ ਆ ਔਰ ਪਾਈ ਦਾ ਆਡਿਟ ਹੁੰਦਾ ਹੈਗਾ। ਡੇਰੇਵਾਦ ਵਾਲੇ ਹੈਗੇ ਆ, ਇਹਨਾਂ ਦੇ ਵਿੱਚ ਹੋਰ ਨੂੰ ਵੀ ਮੈਂ ਡੇਰਿਆਂ ਨੂੰ ਗਿਣ ਦਿੰਦਾ ਹੈ, ਕਿੰਨਿਆਂ ਦੀ ਨਾਂ ਹੋਗੇ ਤੁਸੀਂ ਮੇਰੇ ਤੇ ਕਾਹਨੂੰ ਕਹਾਉਣੇ ਜਿਹੜੇ ਅੱਜ ਕੱਲ ਇਕੱਠੇ ਹੋਏ ਵੇ ਹੈਗੇ ਆ, ਚਾਹੇ ਉਹ ਦਾਦੂਵਾਲ ਹੈਗੇ ਆ ਚਾਹੇ ਕੋਈ ਹੋਰ ਹੈਗੇ ਆ, ਜਿਹੜੇ ਇਕੱਠੇ ਹੋ ਕੇ ਇਹ ਦੁਆਰਾ ਮਹੰਤਾਂ ਦਾ ਕਬਜ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਰਨਾ ਚਾਹੁੰਦੇ ਆ। ਜਿਹੜੀ ਇਲੈਕਸ਼ਨ ਵਾਲੀ ਗੱਲ ਹੈਗੀ ਆ, ਇਲੈਕਸ਼ਨ ਦੇ ਵਿੱਚ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਟੀਮ ਹੈਗੀ ਆ, ਜਿਹੜੀ ਜਿੱਤ ਕੇ ਆਈ ਹੈਗੀ ਆ, ਉਹ ਪ੍ਰਬੰਧ ਚਲਾ ਰਹੀ ਆ। ਜੇ ਮਾੜੀ ਲੱਗੂ ਲੋਕ ਤਾਰ ਦੇਣਗੇ। ਅਗਲੀ ਗੱਲ ਜਿਹੜੀ ਤੁਸੀਂ ਆਪਣਾ ਕੁਐਸਚਨ ਕੀਤਾ ਹੈਗਾ ਕਿ ਸਤਿਕਾਰ ਕਮੇਟੀ, ਮੈਨੂੰ ਇੱਕ ਗੱਲ ਦੱਸੋ ਕਿ ਸਤਿਕਾਰ ਕਮੇਟੀ ਕੀ ਮਾਨਤਾ ਰੱਖਦੀ ਹੈ ਜੀ? ਉਹਨਾਂ ਨੂੰ ਕੀ ਰਾਈਟ ਬਣਦਾ ਹੈਗਾ ਕਿ ਉਹ ਜਾ ਕੇ ਜਿਹੜਾ ਹੈਗਾ ਕਿਸੇ ਗੁਰਦੁਆਰਾ ਆਪਣਾ ਦਫ਼ਤਰ ਦੇ ਜਿਹੜੇ ਹੈਗੇ ਉਹਨੂੰ ਜਿੰਦੇ ਲਾ ਦੇਣ ਜਾਂ ਉਹਦੇ ਮੂਹਰੇ ਧਰਨਾ ਲਾ ਕੇ ਬੈਠ ਜਾਣ? ਬਿਲਕੁਲ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਢੰਗ ਹੈਗਾ ਗੁਰਦੁਆਰਾ ਸਾਹਿਬ ਦੇ ਅੰਦਰ ਜਿਹੜਾ ਜਾ ਕੇ ਧਰਨਾ ਲਾਉਣਾ। ਮੈਨੂੰ ਨਹੀਂ ਲੱਗਦਾ ਇਹ ਕੋਈ ਸ਼ੋਭਾ ਦਿੰਦਾ। ਅਸੀਂ ਕਿਹਨੂੰ ਦਿਖਾ ਰਹੇ ਆ? ਅਸੀਂ ਸਿੱਖ ਹੋ ਕੇ ਸਤਿਕਾਰ ਕਮੇਟੀ ਵਾਲੇ ਵੀ ਬੜੇ ਸਤਿਕਾਰਯੋਗ ਸਿੱਖ ਹੈਗੇ ਆ, ਬਾਕੀ ਵੀ ਪਤਾ ਨਹੀਂ। ਮੈਂ ਤਾਂ ਕਿਹਾ ਕਿ ਧਾਰਨੀ ਜੀ ਡਾਂਗਾ ਫੇਰਨੀਆਂ, ਕਟਾਪਾ ਚਾੜਨਾ, ਇਹ ਵੀ ਕੋਈ ਸ਼ੋਭਾ ਨਹੀਂ ਦਿੰਦਾ। ਉਹ ਵੀਡੀਓ ਦੇਖੀ ਹੈ ਜੀ, ਉਹਦੇ ਵਿੱਚ ਕਿਰਪਾਨਾਂ ਚੱਲਦੀਆਂ ਦੇਖਿਆ, ਉਹ ਲੜਾਈ ਦਾ ਮੈਦਾਨ ਨਹੀਂ, ਨਾ ਹੀ ਉਹ ਕੋਈ ਪਲਾਸੀ ਦਾ ਯੁੱਧ ਹੋ ਰਿਹਾ, ਨਾ ਹੀ ਉਹ ਕੋਈ ਆਪਣਾ ਜਿਹੜਾ ਹੈਗਾ ਕੋਈ ਲੜਾਈ ਹੋ ਰਹੀ ਹੈਗੀ ਆ। ਸਤਿਕਾਰ ਕਮੇਟੀ ਵਾਲਿਆਂ ਨੇ ਜਿਸ ਹਿਸਾਬ ਨਾਲ ਉੱਥੇ ਕਿਰਪਾਨਾਂ ਲਹਿਰਾ ਰਹੇ ਹੈਗੇ ਆ, ਜਿਸ ਹਿਸਾਬ ਨਾਲ ਉੱਥੇ ਵਰਛੇ ਚਲਾ ਰਹੇ ਹੈਗੇ, ਕੀ ਗੱਲ ਸਿੱਖ ਤਾਂ ਦੂਸਰੇ ਪਾਸੇ ਵੀ ਸਿੱਖੇ ਹੈਗੇ ਆ, ਜਾਂ ਉਹਨਾਂ ਨੇ ਆਪਣੇ ਬਚਾਅ ਲਈ ਜਾਂ ਆਪਣੀ ਪ੍ਰੋਟੈਕਸ਼ਨ ਲਈ ਜਾਂ ਇਹਨਾਂ ਨੂੰ ਹਟਾਉਣ ਲਈ ਜੇ ਉਹਨਾਂ ਨੇ ਕੁਝ ਕਰਤਾ ਤਾਂ ਉਹ ਮਾੜੇ। ਸਤਿਕਾਰ ਕਮੇਟੀ ਮਾੜੀ ਨਹੀਂ ਹੈਗੀ, ਸਤਿਕਾਰ ਕਮੇਟੀ ਦਾ ਬਹੁਤ ਸਤਿਕਾਰ ਹੈਗਾ ਵੀ ਉਹ ਜੋ ਮਰਜ਼ੀ ਕਰ ਸਕਦੇ ਹੈਗੇ ਜੀ। ਧਾਰਨੀ ਜੀ ਤੁਹਾਡਾ ਵਿਊ ਪੁਆਇੰਟ ਆ ਗਿਆ। ਧਾਰਨੀ ਸਾਹਿਬ ਥੈਂਕ ਯੂ ਵੈਰੀ ਮਚ। ਆਪਣੀ ਮਜਬੂਰੀ ਹੁਣ ਬ੍ਰੇਕ ਲੈਣੀ ਪੈਣੀ ਹੈ, ਲੈਣਾ ਇੱਕ ਛੋਟੀ ਜਿਹੀ ਬ੍ਰੇਕ ਤੋਂ ਦੇ ਮੁੱਦਿਆਂ ਤੇ ਆ ਰਹੇ ਹਾਂ ਵਾਪਸ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਹੈ, ਉਹਦੀਆਂ ਚੋਣਾਂ ਨੂੰ ਲੈ ਕੇ, ਉਸਦੇ ਪ੍ਰਬੰਧ ਨੂੰ ਲੈ ਕੇ ਵੱਖੋ ਵੱਖਰੀਆਂ ਧਿਰਾਂ ਵੱਲੋਂ ਉੱਠ ਰਹੇ ਸਵਾਲ। ਇਹਨਾਂ ਮੁੱਦਿਆਂ ਤੇ ਆਪਾਂ ਚਰਚਾ ਜਾਰੀ ਰੱਖਾਂਗੇ ਆਪਣੇ ਮਹਿਮਾਨਾਂ ਦੇ ਨਾਲ ਛੋਟੀ ਜਿਹੀ ਬ੍ਰੇਕ ਦੇ ਬਾਅਦ। ਨਜ਼ਰੀਆ ਦੀ ਰੂਏ ਦਰਸ਼ਕਾਂ ਦਾ ਸਵਾਗਤ। ਜੋਗਾ ਸਿੰਘ ਜੀ, ਬ੍ਰੇਕ ਤੋਂ ਪਹਿਲਾਂ ਜਿਸ ਮੁੱਦੇ ਤੇ ਧਾਰਨੀ ਸਾਹਿਬ ਕਹਿ ਰਹੇ ਹੈ, ਉਹਨਾਂ ਨੇ ਜਿਹੜੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਉਹਨਾਂ ਦੇ ਵਰਤਾਅ ਬਾਰੇ ਸਵਾਲ ਉਠਾਏ ਹੈ, ਉਹਨਾਂ ਨੇ ਬਾਬਾ ਸਰਬਜੋਤ ਸਿੰਘ ਬੇਦੀ ਦੇ ਬਾਰੇ ਸਵਾਲ ਉਠਾਏ ਹੈ, ਉਹਨਾਂ ਨੇ ਸਤਿਕਾਰਤ ਕਮੇਟੀ ਦਾ ਜਿਹੜਾ ਬਿਹੇਵੀਅਰ ਹੈ, ਵਰਤਾਅ ਹੈ, ਉਹਦੇ ਬਾਰੇ ਸਵਾਲ ਉਠਾਇਆ। ਤੇ ਸਭ ਤੋਂ ਵੱਡੀ ਗੱਲ ਜਿਹੜੀ ਉਹਨਾਂ ਨੇ ਕਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੁਆਰਾ ਮਹੰਤਾਂ ਦਾ ਕਬਜ਼ਾ ਕੀਤਾ ਜਾ ਰਿਹਾ ਹੈ। ਜੋਗਾ ਸਿੰਘ ਜੀ, ਅਹਿਮ ਸਵਾਲ ਹੈ, ਇਸ ਮੁੱਦੇ ਤੇ ਕੀ ਕਹੋਗੇ?
ਅਸਲ ਨਾ ਜੀ ਬਾਦਲ ਸਾਹਿਬ ਦਾ ਜਿੰਨਾ ਵੀ ਪਰਿਵਾਰ ਹੈ, ਬਾਦਲ ਪਾਰਟੀ ਹੈ, ਇਹ ਸਵਾਲ ਹੀ ਉਠਾਉਂਦੀ ਹੈ, ਅੱਗੇ ਜਵਾਬ ਕੋਈ ਨਹੀਂ ਦਿੰਦੀ। ਮੈਂ ਵੀ ਇਹਨਾਂ ਨੂੰ ਇੱਕ ਬੇਨਤੀ ਕਰੀ ਸੀ ਵੀ ਤੁਸੀਂ ਜਿੰਨੇ ਗੁਰੂ ਘਰਾਂ ਦੀਆਂ ਐਫਡੀਆਂ ਸੀਗੀਆਂ ਜਾਂ ਜਿੰਨੇ ਗੁਰੂ ਘਰਾਂ ਦੇ ਕੋਲ ਆਮਦਨ ਦੇ ਸੋਰਸਸ ਸੀਗੇ, ਉਹ ਦੱਸ ਦਿਓ ਵੀ ਉਹ ਜਿੱਦਣ ਦਾ ਬਾਦਲਾਂ ਦਾ ਹੋਇਆ ਉਦਣ ਦਾ ਉਹ ਪੈਸਾ ਕਿੱਥੇ ਗਿਆ। ਉਹ ਧਾਰਨੀ ਸਾਹਿਬ ਨਹੀਂ ਦੱਸ ਸਕੇ। ਰਹੀ ਗੱਲ ਸਿੰਘ ਸਾਹਿਬ ਦੇ ਗੱਲਾਂ ਕਰਨ ਦੀ, ਮੈਂ ਧਾਰਨੀ ਸਾਹਿਬ ਤੁਹਾਨੂੰ ਇੱਕ ਬੇਨਤੀ ਕਰਨੀ ਚਾਹੁੰਦਾ। ਮੈਂ ਨਿਊਜ਼ੀਲੈਂਡ ਦੇ ਵਿੱਚ ਗੁਰਦੁਆਰਾ ਸਾਹਿਬ ਦਾ ਟਰਸਟੀ ਵੀ ਹਾਂ। ਇਸ ਸਮੇਂ ਪੁਰਾਣੀ ਗੱਲ ਹੈ, 12-15 ਦੀ ਸ਼ਾਇਦ ਹੋਵੇ। ਗਿਆਨੀ ਗੁਰਬਚਨ ਸਿੰਘ ਜੀ ਤੇ ਹੋਰ ਸਿੰਘ ਨਿਊਜ਼ੀਲੈਂਡ ਚਲੇ ਜਾਂਦੇ ਆ, ਇੱਕ ਧੜਾ ਇਹਨਾਂ ਨੂੰ ਬੁਲਾ ਲੈਂਦਾ ਹੈ ਵੀ ਇੱਕ ਗੁਰਦੁਆਰੇ ਨੂੰ ਛੇੜੀ ਪੰਥ ਚੋਂ ਹੈਮਿਲਟਨ ਦਾ ਗੁਰਦੁਆਰਾ ਸੀ, ਮੈਂ ਤੁਹਾਨੂੰ ਦੱਸ ਰਿਹਾ। ਕਰਨੈਲ ਸਿੰਘ ਪੰਜੋਲੀ ਕੁਦਰਤੀ ਅਸੀਂ ਬੁਲਾਇਆ ਸੀ ਲਈ ਦੇ ਉਦਘਾਟਨ ਲਈ। ਪੰਜੋਲੀ ਗਿਆ ਵਾ ਹੁੰਦਾ ਤਾਂ ਗੁਰਬਚਨ ਸਿੰਘ ਤੇ ਬਾਕੀ ਜਥੇਦਾਰ ਵਿੱਚੇ ਤੁਹਾਡਾ ਰੂਪ ਸਿੰਘ ਗਿਆ ਵਾ ਸੀਗਾ। ਜੇ ਇਹ ਨਾ ਗਿਆ ਵਾ ਹੁੰਦਾ ਤਾਂ ਇਹ ਜਥੇਦਾਰ ਤੁਹਾਡੇ ਗੁਰਬਚਨ ਸਿੰਘ ਉਹਨੇ ਇੱਕ ਧੜੇ ਤੋਂ ਪੈਸੇ ਲੈ ਕੇ ਸਾਡੇ ਗੁਰੂ ਘਰ ਨੂੰ ਛੇਕ ਕੇ ਆਉਂਦੇ। ਖੁਦ NRI ਹੈ ਤੁਸੀਂ, ਕਿਹੜੀਆਂ ਗੱਲਾਂ। ਆਪਾਂ ਤਾਂ ਇਹ ਕਹਿਣਾ ਵੀ ਇੱਕ ਸਿੱਖ ਦੀ ਦਾੜੀ ਅੱਗੇ ਤੱਕ ਲੈ ਕੇ ਜਾਈਏ। ਜੇ ਭਾਈ ਰਣਜੀਤ ਸਿੰਘ ਜੀ ਕੋਈ ਇਹਨਾਂ ਬਾਰੇ ਗੱਲ ਕਰਦੇ ਆ ਤਾਂ ਉਹ ਗੱਲ ਕੋਈ ਝੂਠੀ ਨਹੀਂ ਹੈ। ਮੈਨੂੰ ਇੱਕ ਗੱਲ ਦਾ ਜਵਾਬ ਦਿਓ ਤੁਸੀਂ, ਗਿਆਨੀ ਗੁਰਬਚਨ ਸਿੰਘ ਜੀ ਹੈਗੇ ਤਾਂ ਜਥੇਦਾਰ ਹੈ ਅਕਾਲ ਤਖਤ ਦੇ, ਉਹਨਾਂ ਦਾ ਮੁੰਡਾ ਬਾਦਲ ਅਕਾਲੀ ਦਲ ਦੇ ਵਿੱਚ ਨਾਲੇ ਸਰਕਲ ਦਾ ਪ੍ਰਧਾਨ ਹੈ ਨਾਲੇ ਮਾਰਕੀਟ ਕਮੇਟੀ ਦਾ ਚੇਅਰਮੈਨ ਹੈ। ਸਾਰੇ ਪੰਜਾਬ ਦੀਆਂ ਪਸ਼ੂ ਮੰਡੀਆਂ ਦਾ ਠੇਕਾ ਉਹ ਗਿਆਨੀ ਗੁਰਬਚਨ ਸਿੰਘ ਦੇ ਮੁੰਡੇ ਕੋਲ ਹੈ। ਫਿਰ ਤੁਸੀਂ ਦੱਸੋ ਅਸੀਂ ਕਹੀਏ ਕੀ? ਅਸੀਂ ਉਹਨਾਂ ਨੂੰ ਪੰਜਾਬ ਦੇ ਪਸ਼ੂ ਮੰਡੀਆਂ ਦੇ ਠੇਕੇਦਾਰਾਂ ਦੇ ਮੁੰਡੇ ਦਾ ਬਾਪ ਕਹੀਏ ਜਾਂ ਅਕਾਲ ਤਖਤ ਦਾ ਜਥੇਦਾਰ ਕਹੀਏ? ਅਗਲੀ ਗੱਲ ਸੁਣ ਲਓ, ਪੰਜਾਬ ਜਿਹੜੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਹੈ ਇਹਨੇ ਕੇਵਲ ਬਿਜਲੀ ਦਾ ਬਿੱਲ ਭਰਨਾ ਹੈ ਜਾਂ ਆਜਮਾਂ ਦੀਆਂ ਤਨਖਾਹਾਂ ਦੇਣਾ ਜੀ? ਕੇਵਲ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਗੁਰੂ ਘਰ ਹੈ ਜਾਂ ਦਰਬਾਰ ਸਾਹਿਬ ਹੈ ਜਾਂ ਦੀਪ ਸਿੰਘ ਸ਼ਹੀਦ ਦਾ ਗੁਰਦੁਆਰਾ ਉਹਦੀ ਆਮਦਨ ਲਾ ਲਓ। ਔਰ ਤੁਸੀਂ ਕਿਹਾ ਵੀ ਕਬਜ਼ਾ ਨਹੀਂ। ਮੈਂ ਤੁਹਾਨੂੰ ਕੱਲ ਨੂੰ ਕਹਿਣਾ, ਚਲੋ ਬਾਬਾ ਸਿੰਘ ਸ਼ਹੀਦ ਦਾ ਗੁਰਦੁਆਰਾ ਜਿਹੜਾ ਉੱਥੇ ਇੱਕ ਭੋਗ ਬਾਦਲਾਂ ਦਾ ਪੈ ਜਾਂਦਾ, ਦੂਆ ਪ੍ਰਕਾਸ਼ ਹੋ ਜਾਂਦਾ। ਮੈਨੂੰ ਕੱਲ ਨੂੰ ਡੇਟ ਦਵਾ ਦਿਓ ਜੇ ਮਿਲ ਜਵੇ, ਹੈ ਜੀ। ਔਰ ਤੀਜੀ ਗੱਲ ਮੈਂ ਕਹਿਣਾ, ਜਿਵੇਂ ਸਰਦਾਰ ਅਮਰਿੰਦਰ ਜੀ ਨੇ ਕਹੀ ਹੈ, PTC ਚੈਨਲ ਕਿਹਦਾ ਜੀ? ਸੁਖਵੀਰ ਸਿੰਘ ਅਖਬਾਰ ਚ ਬੋਲਿਆ ਹੋਇਆ ਕਿ ਚੈਨਲ ਮੇਰਾ ਹੈ। ਕਿਸੇ ਚੈਨਲ ਨੂੰ ਸਮੇਤ ਜਿਹੜੇ ਚੈਨਲ ਤੇ ਆਪਾਂ ਡ ਰਹੇ ਹਾਂ, ਸਿੱਧੂ ਸਾਹਿਬ ਤੁਸੀਂ ਅਰਜੀ ਦੇ ਦਿਓ ਵੀ ਅਸੀਂ ਜੀ ਇੱਥੋਂ ਗੁਰਬਾਣੀ ਰਿਲੇ ਦੇਖ ਲਓ, ਜੇ ਕੋਈ ਦੇ ਦੇਵੇ। ਅਸੀਂ ਪਿੱਟ ਕੇ ਜ਼ੋਰ ਲਾ ਲਿਆ ਵੀ ਗੁਰਬਾਣੀ ਦੁਨੀਆ ਦੇ ਵਿੱਚ ਵੱਧ ਪ੍ਰਚਾਰੀ ਜਾਊਗੀ, ਬਾਕੀ ਚੈਨਲਾਂ ਨੂੰ ਵੀ ਦੇ ਦਿਓ। ਤੁਸੀਂ ਧਾਰਨੀ ਸਾਹਿਬ ਠੀਕ, ਅਸੀਂ ਤੁਹਾਡੇ ਨਾਲੇ ਲੱਗ ਜਾਾਂਗੇ। ਲਓ PTC ਤੋਂ ਇਲਾਵਾ ਕਿਸੇ ਨੂੰ ਰਿਲੇ ਕਰਾ ਕੇ ਦਿਖਾ ਦਿਓ ਤੁਸੀਂ ਗੁਰਬਾਣੀ। ਹੋਰ ਕਬਜ਼ਾ ਕਿਵੇਂ ਹੁੰਦਾ ਹੈ ਜੀ? ਕੀ ਇਹ ਕਬਜ਼ੇ ਨੂੰ ਛਡਾਉਣ ਦੇ ਲਈ ਅਸੀਂ ਅੱਗੇ ਇੱਕ ਸਿੱਧੂ ਸਾਹਿਬ ਗੱਲ ਲੈਣ ਦਿਓ, ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬਾਈਂਡਿੰਗ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਭਵਨ ਦੇ ਵਿੱਚ 28 ਸਰੂਪ ਤੱਕ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੇ ਹੋਈ ਹੈ ਬੇਅਦਬੀ, ਲੇਕਿਨ ਜਿਹੜੇ ਸਾਈਡ ਦੇ ਉੱਤੇ ਬੰਡਲ ਬੰਨ ਕੇ ਗੁਰੂ ਮਹਾਰਾਜ ਦੇ ਪੱਤਰੇ ਪਏ ਹੈ 12,000 ਦੇ ਨੇੜੇ ਤੇੜੇ, ਉਹਦੀ ਗੱਲ ਕੌਣ ਕਰੂਗਾ? ਜਦੋਂ ਸਿੰਘ ਸਾਹਿਬ ਨੇ ਉਹ ਲੋਕਾਂ ਦੇ ਸਾਹਮਣੇ ਲਿਆਂਦਾ, ਫੇਰ ਤੁਸੀਂ ਕਹਿੰਦੇ ਸਿੰਘ ਸਾਹਿਬ ਦੀ ਭਾਸ਼ਾ ਮਾੜੀ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬੇਅਦਬੀ ਕਰਨ ਵਾਲੇ ਦੇ ਲਈ ਅਸੀਂ ਹੋਰ ਭਾਸ਼ਾ ਕਿਵੇਂ ਵਰਤੀਏ? ਧਾਰਨੀ ਸਾਹਿਬ ਤੁਸੀਂ ਆਪੇ ਦੱਸ ਦਿਓ ਸਾਨੂੰ। ਜੀ ਜੋਗਾ ਸਿੰਘ ਜੀ, ਬਿਲਕੁਲ ਤੁਹਾਡਾ ਵਿਊ ਪੁਆਇੰਟ ਆ ਗਿਆ। ਧਾਰਨੀ ਸਾਹਿਬ ਇਸ ਮੁੱਦੇ ਤੇ ਆਪਣਾ ਜਵਾਬ ਦੇਣਾ ਚਾਹੁੰਦੇ ਆ। ਧਾਰਨੀ ਸਾਹਿਬ ਤੁਸੀਂ ਕਮੈਂਟ ਸੁਣ ਹੀ ਲਏ ਹੈ, ਜਿਸ ਤਰੀਕੇ ਨਾਲ ਉਹਨਾਂ ਨੇ ਗੱਲ ਕੀਤੀ ਹੈ ਜਥੇਦਾਰ ਬਾਰੇ, ਜਿੱਦਾਂ ਦਾ ਕਿਹਾ ਕਿ ਉਹਨਾਂ ਦੇ ਲੜਕੇ, ਉਹਨਾਂ ਨੇ ਪਸ਼ੂ ਮੰਡੀਆਂ ਦੀ ਗੱਲ ਕੀਤੀ ਹੈ, ਉਹਨਾਂ ਨੇ ਦੂਜੇ ਸਿਸਟਮ ਦੀ ਗੱਲ ਕੀਤੀ ਹੈ, ਸਿਸਟਮ ਦੇ ਨਗਾਰ ਦੀ ਗੱਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਕਿਸ ਤਰੀਕੇ ਨਾਲ ਐਫਡੀਆਂ ਜਿਹੜੀਆਂ ਖੁਰਦ-ਬੁਰਦ ਹੋਈਆਂ, ਇਹਨਾਂ ਮਾਮਲਿਆਂ ਤੇ ਜੇ ਸਿੱਖ ਭਾਈਚਾਰਾ ਸਵਾਲ ਨਹੀਂ ਉਠਾਏਗਾ ਤਾਂ ਕੌਣ ਸਵਾਲ ਉਠਾਏਗਾ? ਧਾਰਨੀ ਸਾਹਿਬ ਜਿਹੜੇ ਮੁੱਦੇ ਉਠਾਏ ਗਏ ਆ, ਪਲੀਜ਼। ਜੋਗਾ ਸਿੰਘ ਚੱਪੜ ਉਹਨਾਂ ਦੇ ਅੰਦਰ ਪਤਾ ਨਹੀਂ ਕੀ ਭਰਿਆ ਵਾ ਹੈਗਾ। ਇਹ ਛੋਟੀਆਂ ਗੱਲਾਂ ਨਾ ਜਿਵੇਂ ਖੁੰਦਰਾ ਛੇੜਦੇ ਹੁੰਦੇ ਆ, ਇਹ ਇਸ ਤਰ੍ਹਾਂ ਦੀਆਂ ਗੱਲਾਂ ਹਮੇਸ਼ਾ ਕਰਦੇ ਰਹਿੰਦੇ ਹੈਗੇ ਆ। ਸੁਣ ਲਓ ਮੇਰੀ ਹੁਣ, ਮੈਂ ਤਾਂ ਨਹੀਂ ਬੋਲਿਆ ਤੁਹਾਡੀ ਉਹਦੇ ਚ। ਜੇ ਕੋਈ ਬੰਦਾ ਕੰਮ ਕਰਦਾ ਹੈ, ਕਿਸੇ ਨੇ ਠੇਕੇ ਲੈ ਲਏ, ਇਹਨਾਂ ਨੂੰ ਉਹ ਵੀ ਓਬਜੈਕਸ਼ਨ ਹੈ। ਇਹਨਾਂ ਨੂੰ ਇਹ ਵੀ ਓਬਜੈਕਸ਼ਨ ਵੀ ਭਾਈ ਸਾਹਿਬ ਸਿੰਘ ਸਾਹਿਬ ਜਿਹੜੇ ਹੈਗੇ ਆ ਉਹ ਮੰਡੀਆਂ ਦੇ ਠੇਕੇ ਲੈਣ ਵਾਲੇ ਦੇ ਬਾਪ ਨਹੀਂ ਹੋਣੇ ਚਾਹੀਦੇ। ਮੈਂ ਜੋਗਾ ਸਿੰਘ ਉਹਨਾਂ ਨੂੰ ਇੱਕ ਕੁਐਸਚਨ ਪੁੱਛਦਾ ਹੈ ਕਿ ਪੰਜਾਬ ਸਿੱਖਾਂ ਦਾ ਸਭ ਤੋਂ ਪਹਿਲਾ ਨਵਾਬ ਕੌਣ ਸੀ? ਉਹ ਕੀ ਕੰਮ ਕਰਦਾ ਸੀ? ਇਹ ਮੈਨੂੰ ਦੱਸ ਦੇਣ ਵੀ ਜੇ ਕੰਮ ਦੇ ਨਾਲ ਬੰਦਾ ਨੀਵਾਂ ਹੁੰਦਾ ਹੈਗਾ, ਛੋਟਾ ਹੁੰਦਾ ਹੈਗਾ, ਤਾਂ ਸਿੱਖੀ ਦੀ ਤਾਂ ਬੁਨਿਆਦ ਗਲਤ ਰੱਖੀ ਵੀ ਹੈ। ਸਿੱਖਾਂ ਦਾ ਜਿਹੜਾ ਪਹਿਲਾ ਨਵਾਬ ਹੋਇਆ, ਨਵਾਬ ਕਪੂਰ ਸਿੰਘ, ਜਦੋਂ ਸਿੱਖਾਂ ਦੀਆਂ ਸਾਰੀਆਂ ਮਿਸਲਾਂ ਨੂੰ ਇਕੱਠੇ ਕਰਕੇ ਗੱਲ ਕੀਤੀ ਗਈ ਕਿ ਤੁਸੀਂ ਆਪਣਾ ਕੋਈ ਨਵਾਬ ਚੁਣੋ, ਤਾਂ ਉਹ ਕਹਿੰਦੇ ਵੀ ਠੀਕ ਹੈ। ਉਹ ਸਾਰਿਆਂ ਨੇ ਸੋਚ ਕੇ ਕਹਿੰਦੇ ਵੀ ਇੱਕ ਉੱਥੇ ਜਿਹੜਾ ਹੈਗਾ ਘੋੜਿਆਂ ਦਾ ਸਫਾਈ ਕਰਦਾ ਹੈਗਾ,
ਮੈਂ ਅਗਲੇ ਸ਼ਬਦ ਵਰਤਣੇ ਨਹੀਂ ਚਾਹੁੰਦਾ ਵੀ ਉਹਨੂੰ ਲੈ ਕੇ ਆਓ। ਉਹ ਲਿਆਂਦਾ, ਉਹਨੂੰ ਕਹਿੰਦੇ ਵੀ ਤੈਨੂੰ ਜਿਹੜਾ ਹੈਗਾ ਅਸੀਂ ਨਵਾਬ ਥਾਪ ਰਹੇ ਹੈਗੇ ਆ। ਉਹਨੇ ਕਿਹਾ ਵੀ ਮੇਰੀਆਂ ਸ਼ਰਤਾਂ ਹੈਗੀਆਂ। ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਤੁਹਾਨੂੰ ਇਹ ਵੀ ਆਬਜੈਕਸ਼ਨ ਹੈ ਵੀ ਜਥੇਦਾਰ ਦਾ ਮੁੰਡਾ ਜਿਹੜਾ ਕੋਈ ਕੰਮ ਨਹੀਂ ਕਰ ਸਕਦਾ ਹੈਗਾ? ਇਹ ਕਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੈਗੇ ਆ? ਦੂਜੀ ਗੱਲ, ਉਹ ਕਹਿੰਦੇ ਕਿ ਰਾਜਸੀ ਅਹੁਦੇਦਾਰੀਆਂ ਲੈਂਦੇ ਆ, ਉਹ ਕਹਿੰਦੇ ਕਿ ਜਥੇਦਾਰੀ ਦੇ ਨਾਂ ਤੇ ਰਾਜਸੀ ਅਹੁਦੇਦਾਰੀਆਂ ਲਈਆਂ ਜਾਂਦੀਆਂ, ਕਾਰੋਬਾਰ ਕੀਤੇ ਜਾਂਦੇ ਆ। ਮੈਂ ਅਗਲੀ ਗੱਲ ਮੈਂ ਤੁਹਾਨੂੰ ਦੱਸਦਾ ਕਿ ਭਾਈ ਸਾਹਿਬ ਜਿਹੜੀ ਭਾਈ ਰਣਜੀਤ ਸਿੰਘ ਦੇ ਭਾਸ਼ਾ ਦੀ ਗੱਲ ਕਰਦੇ ਆ, ਮੈਂ ਉਹਨਾਂ ਦੀ ਭਾਸ਼ਾ ਸਭ ਲਈ ਨਹੀਂ ਗੱਲ ਜੋਗਾ ਸਿੰਘ ਜੀ ਆ ਰਹੇ ਮੈਂ ਸਿਰਫ ਇੰਨੀ ਗੱਲ ਕੀਤੀ ਹੈ ਕਿ ਉਹਨਾਂ ਦੀ ਭਾਸ਼ਾ ਜਿਹੜੇ ਹੁਣ ਮੌਜੂਦਾ ਜਿਹੜੇ ਹੈਗੇ ਆ ਆਪਣੇ ਜਥੇਦਾਰ ਸਾਹਿਬ, ਉਹਨਾਂ ਦੇ ਪ੍ਰਤੀ ਦੇਖੋ, ਜੇ ਆਪਣੇ ਬਾਪੂ ਨੂੰ ਬਾਪੂ ਜੀ ਕਹਾਉਣਾ ਨਾ ਤਾਂ ਦੂਸਰੇ ਦੇ ਬਾਪੂ ਨੂੰ ਵੀ ਬਾਪੂ ਜੀ ਕਹਿਣਾ ਪਊਗਾ। ਲੋਕ ਲੋਕ ਤਾਂ ਸਤਿਕਾਰ ਛੱਡ ਦੇਣਗੇ ਸਾਡੇ ਜਥੇਦਾਰ ਸਾਹਿਬ ਦਾ। ਮੈਂ ਕਹਿੰਦਾ ਜੇ ਮਰਜ਼ੀ ਜਥੇਦਾਰ ਹੈਗੇ, ਪਰ ਸਾਡਾ ਫਰਜ਼ ਬਣਦਾ ਹੈਗਾ ਕਿ ਉਹ ਜਥੇਦਾਰ ਸਾਹਿਬ ਦੀ ਅਸੀਂ ਇੱਜ਼ਤ ਉਨੀਓ ਕਰੀਏ, ਪਰ ਆਬਜੈਕਸ਼ਨ ਅਸੀਂ ਸਾਡੀ ਲੜਾਈ ਜਿੰਨੀ ਮਰਜ਼ੀ ਜਿਸ ਮਰਜ਼ੀ ਮੁਕਾਮ ਤੇ ਲਿਜਾ ਕੇ ਪਹੁੰਚਾਈਏ ਕਰੀਏ। ਤਾਨੀ ਸਾਹਿਬ ਤੁਹਾਡਾ ਵਿਊ ਪੁਆਇੰਟ ਜਿਹੜਾ ਆ ਰਿਹਾ, ਪਰ ਜਿਹੜੀ ਇੱਕ ਗੱਲ ਜੋਗਾ ਸਿੰਘ ਜੀ ਨੇ ਉਠਾਈ ਹੈ, ਉਹ ਬਾਰ-ਬਾਰ ਉਹਨਾਂ ਦੂਜੀ ਵਾਰ ਵੀ ਇਹ ਸਵਾਲ ਲਿਆ। ਉਹਨਾਂ ਨੇ ਕਿਹਾ ਐਫਡੀਆਂ ਦੀ ਗੱਲ ਕੀਤੀ ਹੈ ਕਿ ਐਫਡੀਆਂ ਕਿੱਧਰ ਖੁਰਦ-ਬੁਰਦ ਹੋ ਗਈਆਂ। ਉਸ ਮੁੱਦੇ ਤੇ ਵੀ ਮੈਂ ਅੱਗੇ ਜਾਣ ਤੋਂ ਪਹਿਲਾਂ ਜਵਾਬ ਚਾਹਾਂਗਾ ਤੁਹਾਡਾ। ਹਾਂ, ਮੈਂ ਜਵਾਬ ਦਿੰਦਾ ਜੀ ਉਹਦਾ। ਦੇਖੋ, ਜੋਗਾ ਸਿੰਘ ਚੱਪੜ ਕਿਸੇ ਤਰੀਕੇ ਦੇ ਨਾਲ ਮਤਲਬ ਡਾਇਰੈਕਟਲੀ ਔਰ ਇਨਡਾਇਰੈਕਟਲੀ ਇਹ ਗੁਰਦੁਆਰੇ ਪ੍ਰਬੰਧ ਦੇ ਵਿੱਚ ਇਹਨਾਂ ਦਾ ਹੋਊਗਾ ਹਿੱਸਾ ਵਗੈਰਾ, ਮਤਲਬ ਜਿਹਦੇ ਤੋਂ ਇਹਨਾਂ ਨੂੰ ਇੰਨੀ ਇਨਫੋਰਮੇਸ਼ਨ ਮਿਲਦੀ ਹੈ। ਜੇ ਇਹਨਾਂ ਨੇ ਇਹ ਸਵਾਲ ਪੁੱਛਣੇ, ਮੈਂ ਤਾਂ ਇੱਕ ਲੇਮੈਨ ਹਾਂ, ਮੈਂ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਹੈਗਾ ਬੁਲਾਰਾ ਹੈਗਾ, ਮੈਂ ਇਹ ਜਵਾਬ ਲੈਣੇ ਆ। ਤੁਸੀਂ ਇੱਥੇ ਕਿਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਸੈਕਟਰੀ, ਕਿਸੇ ਪ੍ਰਧਾਨ, ਕਿਸੇ ਹੋਰ ਮੈਂਬਰ ਨੂੰ ਬੁਲਾ ਲਓ, ਉਹਨੂੰ ਪੁੱਛ ਲਓ, ਉਹ ਦੱਸ ਦੂਗਾ। ਮੈਂ ਤਾਂ ਇੱਕ ਨਿਮਾਣਾ ਸਿੱਖ ਹੈ ਜੋਗਾ ਸਿੰਘ ਚੱਪੜ ਸਾਹਿਬ। ਮੈਂ ਸਵੇਰੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਜਾਣਾ, ਅੱਜ ਤੱਕ ਕਚਹਿਰੀ ਬਿਨਾਂ ਮੱਥਾ ਟੇਕੇ ਤੋਂ ਅੱਗੇ ਨਹੀਂ ਲੰਘਿਆ। ਮੇਰੀ ਜੇਬ 'ਚ ਜਿਹੜੇ ਪੈਸੇ ਜਿੰਨੀ ਕੁ ਮੇਰੀ ਸ਼ਰਧਾ ਹੁੰਦੀ ਹੈ ਉਹਨਾਂ ਮੈਂ ਮੱਥਾ ਟੇਕਣ ਵਾਲਾ ਹੈਗਾ। ਮੈਂ ਮੈਨੂੰ ਨਹੀਂ ਪਤਾ ਕਿ ਗੁਰਦੁਆਰੇ ਦੇ ਚੜਾਵਾ ਕਿੰਨਾ ਹੁੰਦਾ, ਕਿੰਨਾ ਜਿਹੜਾ ਹੈਗਾ ਉੱਥੇ ਖਰਚਿਆ ਜਾਂਦਾ, ਕਿੰਨਾ ਵਰਤਿਆ ਜਾਂਦਾ। ਇਹ ਮੇਰੀ ਮਨਸ਼ਾ ਨਹੀਂ ਹੈਗੀ। ਮੈਂ ਤਾਂ ਇੱਕ ਨਿਮਾਣਾ ਸਿੱਖ ਹੈ ਬਸ। ਜੀ ਚਲੋ, ਇਹ ਤਾਂ ਆਪਣੀ ਆਸਥਾ ਹੈਗੀ, ਇਹਦੇ ਤੇ ਕਿੰਤੂ ਪਰੰਤੂ ਨਹੀਂ ਹੋ ਸਕਦਾ। ਜੋਗਾ ਸਿੰਘ ਜੀ ਪਲੀਜ਼ ਇਸ ਮੁੱਦੇ ਤੇ ਤੁਸੀਂ ਆਪਣੀ ਗੱਲ ਕਹਿਣੀ ਚਾਹੁੰਦੇ ਸੀ। ਮੈਂ ਇੱਕੋ ਗੱਲ ਕਹਾਂਗਾ। ਦੇਖੋ, ਚਲੋ ਧਾਰਨੀ ਸਾਹਿਬ ਤਾਂ ਬਾਦਲ ਅਕਾਲੀ, ਇਹਨਾਂ ਨੇ ਬਾਬਾਬਾਦ ਦੀ ਗੱਲ ਕਰੀ ਹੈ। ਬਾਦਲ ਅਕਾਲੀ ਦਲ ਵੱਲੋਂ ਜਦੋਂ ਪਿਛਲੀ ਵਾਰੀ ਐਸਜੀਪੀਸੀ ਚੋਣਾਂ ਹੋਈਆਂ ਤਾਂ ਧਾਰਨੀ ਸਾਹਿਬ ਤੁਹਾਨੂੰ ਵੀ ਪਤਾ ਹੈ ਕਿ ਜਿਹੜੇ ਸੰਤ ਮਹਾਂਪੁਰਖ ਹੀ ਬਣ ਜਾ ਕੰਸੀ ਤੰਬਾ ਕਿਨਹੀ ਲੌਂਗ ਸਪਾਰੀ ਸੰਤੋ ਬਣ ਜਾ ਨਾਮ ਗੋਬਿੰਦ ਕਾ ਸੀ ਖੇਪ ਹਮਾਰੀ। ਉਹ ਕਹਿੰਦੇ ਜੀ ਅਸੀਂ ਉਹਨਾਂ ਮਹਾਂਪੁਰਖਾਂ ਨੂੰ ਟਿਕਿਆ ਜਿਹੜੇ ਬਾਣੀ ਦੱਸਦੇ ਆ। ਔਰ ਤੁਸੀਂ ਵੀ ਸਮਝਦੇ ਹੋ ਜਦੋਂ ਤਾਂ ਬਾਦਲ ਅਕਾਲੀ ਦਲ ਵਾਲੇ ਕਿਸੇ ਸੰਤ ਮਹਾਂਪੁਰਖ ਨੂੰ ਟਿਕਟ ਦੇ ਦੇਣ ਫੇਰ ਤਾਂ ਚੰਗਾ ਹੋ ਜਾਂਦਾ ਹੈ। ਜੇ ਅੱਜ ਕੋਈ ਸੰਤ ਮਹਾਂਪੁਰਖ ਸੁਧਾਰ ਕਰਨਾ ਚਾਹੁੰਦਾ ਹੈ ਫੇਰ ਤੁਸੀਂ ਉਹਦੇ ਉੱਤੇ ਵੀ ਕਿੰਤੂ ਪਰੰਤੂ ਚੱਕਦੇ ਆ। ਧਾਰਨੀ ਸਾਹਿਬ, ਮੈਂ ਮਹਿਸੂਸ ਕਰਦਾ ਕਿ ਤੁਹਾਡੀ ਠੀਕ ਹੈ ਸ਼੍ਰੋਮਣੀ ਕਮੇਟੀ ਦੇ ਨਹੀਂ ਜੋਗਾ ਸਿੰਘ ਜੀ, ਮੈਂ ਤਾਂ ਤੁਸੀਂ ਹੁਣ ਕਹਿ ਕੇ ਹਟੇ ਹੋ ਨਾ ਕਿ ਬਾਬੇ ਅੱਗੇ ਆ ਰਹੇ ਆ। ਦੇਖੋ, ਮੈਂ ਮੰਨਦਾ ਕਿ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਆਪਾਂ ਸ਼੍ਰੋਮਣੀ ਕਮੇਟੀ ਕਰੀਏ, ਲੇਕਿਨ ਇੱਕ ਗੱਲ ਜ਼ਰੂਰ ਹੈ ਕਿ ਗੁਰੂ ਗ੍ਰੰਥ ਸਾਹਿਬ ਭਵਨ ਹੈ ਜਿਹੜਾ ਨਾ, ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਹੈ ਫਤਿਹਗੜ੍ਹ ਸਾਹਿਬ, ਘੱਟੋ ਘੱਟ ਉਹਦਾ ਮੁਖੀ ਦਾ ਬਾਦਲ ਵਾਲੇ ਉਹਨੂੰ ਵਿਅਕਤੀ ਨੂੰ ਨਾ ਬਣਾਉਂਦੇ ਜਿਹਦੇ ਉੱਤੇ ਇੱਕ ਅਜਿਹਾ ਦੋਸ਼ ਲੱਗਿਆ ਵਾ ਹੋਵੇ, ਜਿਹੜੇ ਵਿਅਕਤੀ ਡੀਸੀ ਹੁੰਦੇ ਹੋਏ ਦਰਬਾਰਾ ਸਿੰਘ ਗੁਰੂ ਨੇ ਮਤਲਬ ਹੁਕਮ ਕਰਿਆ ਹੋਵੇ, ਜਿਹੜੇ ਵਿਅਕਤੀ ਉੱਥੇ ਉਦੋਂ ਨਕੋਦਰ ਬੈਠੇ ਸੀਗੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਖਿਲਾਫ। ਅਜ਼ਹਾਰ ਆਲਮ ਜਿਹਨੇ ਗੋਲੀ ਚਲਾਈ ਉਹਨੂੰ ਤੁਸੀਂ ਮੀਤ ਪ੍ਰਧਾਨ, ਚਲੋ ਤੁਸੀਂ ਅਕਾਲੀ ਦਲ ਬਾਦਲ ਨਹੀਂ ਹੈ, ਮੈਂ ਤੁਹਾਨੂੰ ਸਵਾਲ ਕਰਦਾ ਹਾਂ ਅਕਾਲੀ ਦਲ ਬਾਦਲ ਦਾ ਮੀਤ ਪ੍ਰਧਾਨ ਕੌਣ ਹੈ? ਅਜ਼ਹਾਰ ਆਲਮ, ਜਿਹਨੇ ਮੁੰਡੇ ਮਾਰੇ ਸਭ ਤੋਂ ਪਹਿਲਾਂ ਜਦੋਂ ਉੱਥੇ ਗੋਲੀ ਚੱਲੀ, ਨੌਜਵਾਨ ਮਾਰੇ, ਤੇ ਉਹਦੀ ਪਤਨੀ ਨੂੰ ਹੁਣ ਇਸਤਰੀ ਅਕਾਲੀ ਦਲ ਦਾ ਬਣਾਇਆ, ਚਲੋ ਉਹਨੂੰ ਵਾਪਸ ਲੈ ਲਿਆ। ਮੇਰੇ ਕਹਿਣ ਦਾ ਭਾਵ ਹੈ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਦੇ ਵਿੱਚ ਆਈ, ਉਹ ਤੋਂ 8-10 ਦਿਨ ਬਾਅਦ ਇੱਕ ਵਲੰਟੀਅਰ ਬ੍ਰਿਗੇਡ ਬਣਾਈ ਜਿਹਦਾ ਨਾਂ ਸੀ ਸ਼੍ਰੋਮਣੀ ਅਕਾਲੀ ਦਲ, ਤਾਂ ਕਿ ਸ਼੍ਰੋਮਣੀ ਕਮੇਟੀ ਤੇ ਬਾਹਰੀ ਹਮਲਾ ਨਾ ਕੋਈ ਹੋਵੇ। ਲੇਕਿਨ ਅੱਜ ਹਾਲਾਤ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਰਾਜਸੀ ਪਾਰਟੀ ਉੱਤੇ ਹੋਗੀ ਤੇ ਸ਼੍ਰੋਮਣੀ ਕਮੇਟੀ ਨੀਵੀਂ ਹੋਗੀ। ਇਹ ਸਾਡੀ ਸਾਰੇ ਸਿੱਖਾਂ ਦੀ ਬਦਕਿਸਮਤੀ ਹੈ। ਇਹਦੇ ਵਿੱਚ ਧਾਰਨੀ ਸਾਹਿਬ ਤੁਹਾਡਾ ਵੀ ਫਰਜ਼ ਬਣਦਾ ਕਿ ਆਪਾਂ ਇਕੱਠੇ ਹੋ ਕੇ ਸ਼੍ਰੋਮਣੀ ਕਮੇਟੀ ਦੀ ਜਿਹੜੀ ਆਨ ਬਾਨ ਸ਼ਾਨ ਹੈ ਇਹਨੂੰ ਉੱਤੇ ਚੱਕੀਏ।
जी जोगा जी ਤੁਹਾਡੀ ਗੱਲ ਆ ਗਈ, ਮਿਹਰਬਾਨੀ। ਅਮਰਿੰਦਰ ਜੀ ਕਾਫੀ ਦੇਰ ਦੇ ਇੰਤਜ਼ਾਰ ਕਰ ਰਹੇ ਆ। ਅਮਰਿੰਦਰ ਜੀ ਜਿਸ ਮਾਮਲੇ ਤੇ ਤੁਸੀਂ ਆਪਣਾ ਵਿਊ ਪੁਆਇੰਟ ਕਹਿਣਾ ਚਾਹੋਗੇ? ਧਾਨੀ ਸਾਹਿਬ ਮੈਂ ਆ ਰਿਹਾ ਬਾਅਦ ਤੁਹਾਡੇ ਵੱਲ। ਅਮਰਿੰਦਰ ਜੀ ਕਾਫੀ ਦੇਰ ਦੇ ਇੰਤਜ਼ਾਰ 'ਚ ਹੈ। ਅਮਰਿੰਦਰ ਜੀ ਸਤਿਕਾਰਤ ਕਮੇਟੀ ਦੀ ਜਦੋਂ ਗੱਲ ਕਰਦੇ ਆ, ਧਾਨੀ ਸਾਹਿਬ ਨੇ ਬਹੁਤ ਵੱਡੇ ਇਸ ਮਾਮਲੇ ਤੇ ਸਵਾਲ ਉਠਾਇਆ ਹੈ ਕਿ ਜਿਸ ਤਰੀਕੇ ਨਾਲ ਉਹਨਾਂ ਨੇ ਜਾ ਕੇ ਬਿਹੇਵ ਕੀਤਾ, ਇਹ ਬਿਹੇਵ ਵੀ ਇਹੋ ਜਿਹੇ ਜਿਹੜੇ ਵੱਡੇ ਸਥਾਨ ਦੇ ਉੱਤੇ ਜਿਹੜਾ ਸਾਡਾ ਆਸਥਾ ਦਾ ਸਥਾਨ ਹੈ ਉੱਥੇ ਸ਼ੋਭਾ ਨਹੀਂ ਦਿੰਦਾ। ਬਿਲਕੁਲ ਸਿੱਧੂ ਸਾਹਿਬ, ਜਿਵੇਂ ਧਾਰਨੀ ਸਾਹਿਬ ਨੇ ਕਿਹਾ ਕਿ ਬਈ ਸਤਕਾਰ ਕਮੇਟੀ ਦੇ ਨਾਲ ਜਿਹੜੀ ਝੜਪ ਹੋਈ ਹੈ ਉਹਦੇ ਵਿੱਚ ਇਹ ਸਤਕਾਰ ਕਮੇਟੀ ਨੂੰ ਦੋਸ਼ੀ ਮੰਨ ਰਹੇ ਆ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਉੱਥੇ ਮਾਨ ਸਾਹਿਬ ਦੀ ਵੀ ਪੱਗ ਲਾਈ ਕੁਛ ਹੈ। ਨਹੀਂ ਜੀ ਕਿਹਾ, ਮੈਂ ਤਾਂ ਕਿਸੇ ਨੂੰ ਦੋਸ਼ੀ ਕਿਹਾ ਨਹੀਂ ਅਮਰਿੰਦਰ ਜੀ, ਮੈਂ ਕਦੋਂ ਕਿਹਾ? ਨਹੀਂ ਤੁਸੀਂ ਕਹਿ ਰਹੇ ਹੋ ਨਾ ਵੀ ਸਤਕਾਰ ਕਮੇਟੀ ਨੇ ਉੱਥੇ ਜਾ ਕੇ ਹੁੱਲੜਬਾਜ਼ੀ ਕੀਤੀ ਤੇ ਉਹਨਾਂ ਨੇ ਤਾਂ ਕਰਕੇ ਉੱਥੇ ਝਗੜਾ ਹੋਇਆ। ਮੈਂ ਤਾਂ ਕਿਹਾ ਉਹਨਾਂ ਨੇ ਧਰਨਾ ਦਿੱਤਾ, ਉਹਨਾਂ ਨੇ ਮੂਹਰੇ ਤੋਂ 40 ਦਿਨ ਬੈਠੇ ਰਹੇ ਆ ਕਰੀਬ, ਉਹ ਕੁਛ ਨਹੀਂ ਕਿਹਾ ਹੈਗਾ। ਫਿਰ ਕਿਹਨੇ ਹੱਥੋਂ ਪਾਈ ਕੀਤੀ ਉੱਥੇ? ਡਾਂਗਾ ਸੁੱਟ ਕਿਉਂ ਚੱਲੇ? ਤੁਸੀਂ ਦੱਸੋ ਨਾ ਕਿਹਨੇ ਕੀਤੀ ਹੈ, ਤੁਸੀਂ ਮੈਂਬਰ ਰਹੇ ਹੋ। ਤੁਹਾਡੀ ਟਾਸਕ ਫੋਰਸ ਨੂੰ ਤੁਸੀਂ ਆਦੇਸ਼ ਦਿੱਤਾ ਅੰਦਰੋਂ ਕਿ ਜਾਓ ਇਹਨਾਂ ਨੂੰ ਕਲੀਅਰ ਕਰੋ, ਟਾਸਕ ਹੋ ਫੋਰਸ ਗਏ ਵੀ ਉਹ ਤੁਹਾਡੇ ਕਲੀਅਰ ਕਰਨ ਲਈ। ਵੀ ਉਦੋਂ ਤੁਸੀਂ ਮੈਂਬਰ ਸੀ, ਟਾਸਕ ਫੋਰਸ ਵੀ ਤੁਸੀਂ ਬਣਾਈ ਸੀ ਜਦੋਂ ਮੈਂਬਰ ਸੀ ਤੁਸੀਂ। ਉਹ ਹੁਣ ਜਿਹੜੀ ਟਾਸਕ ਫੋਰਸ ਹੈ ਉਹ ਟਾਸਕ ਫੋਰਸ ਨਹੀਂ ਹੈ, ਹੁਣ ਤੁਹਾਡੇ ਵਾਲੀ ਟਾਸਕ ਫੋਰਸ ਬਿਲਕੁਲ ਹੋਰ ਹੈ। ਤੇ ਦੂਸਰੀ ਗੱਲ ਮੈਂ ਇਹ ਕਹਿਣਾ ਚਾਹਾਂਗਾ ਕਿ ਇਹਨਾਂ ਨੇ ਮਾਨ ਸਾਹਿਬ ਨਾਲ ਵੀ ਉੱਥੇ ਬਦਸਲੂਕੀ ਕੀਤੀ ਹੈ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਪਹਿਲਾਂ, ਉਸ ਤੋਂ ਬਾਅਦ ਇਹਨਾਂ ਨੇ ਖਾਲਸਾ ਪੰਚਾਇਤ ਵਾਲਿਆਂ ਨਾਲ ਵੀ ਕੀਤੀ ਹੈ। ਇਹ ਤੀਸਰਾ ਇੰਸੀਡੈਂਟ ਹੈ ਕਿ ਹੁਣ ਵੀ ਇਹ ਕਹਿ ਰਹੇ ਕਿ ਅਸੀਂ ਕੁਝ ਨਹੀਂ ਕੀਤਾ, ਸਾਡੇ ਤੇ ਹੀ ਹਮਲਾ ਹੋ ਗਿਆ। ਸੋ ਇਹ ਮਤਲਬ ਆਪ ਸਭ ਕੁਝ ਕਰਕੇ ਤੇ ਦੂਸਰੇ ਨੂੰ ਗੁਨਾਹਗਾਰ ਠਹਿਰਾਉਣ ਵਾਲੀ ਗੱਲ ਹੈ। ਤੇ ਦੂਜੀ ਗੱਲ ਜਿਹੜੀ ਇਹਨਾਂ ਨੇ ਬਾਬਾ ਸਰਬਜੋਤ ਸਿੰਘ ਬੇਦੀ ਬਾਰੇ ਕਹੀ ਹੈ ਕਿ ਵੀ ਉਹ ਤਾਂ ਡੇਰਾਵਾਦ ਆ ਜਾਏਗਾ ਜੇ ਉਹ ਕਿਸੇ ਨੂੰ ਅਪੀਲ ਵੀ ਕਰ ਦੇਣਗੇ, ਜਦੋਂ ਕਿ ਬਾਬਾ ਸਰਬਜੋਤ ਸਿੰਘ ਬੇਦੀ ਨੇ ਕਿਹਾ ਮੈਂ ਕੰਟੈਸਟ ਨਹੀਂ ਕਰਨੀ ਕੋਈ ਚੋਣ। ਤੇ ਮੈਂ ਧਾਰਨੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਬੀਬੀ ਜਗੀਰ ਕੌਰ ਕੀ ਹੈ? ਬੀਬੀ ਜਗੀਰ ਕੌਰ ਜਿਹਨੂੰ ਤੁਸੀਂ ਪ੍ਰਧਾਨ ਬਣਾਤਾ ਸ਼੍ਰੋਮਣੀ ਕਮੇਟੀ ਦਾ, ਉਹ ਡੇਰੇ ਦੀ ਮੁਖੀ ਹੈ ਤੇ ਉਦੋਂ ਤੁਹਾਨੂੰ ਡੇਰਾ ਨਹੀਂ ਦਿਖਦਾ। ਤੇ ਜੇ ਬਾਬਾ ਸਰਬਜੋਤ ਸਿੰਘ ਬੇਦੀ ਅਪੀਲ ਹੀ ਕਰ ਦਿੰਦੇ ਆ ਸਿੱਖਾਂ ਨੂੰ ਕਿ ਵੀ ਭਾਈ ਪੰਥ ਦੀ ਮਤਲਬ ਆਨ ਬਾਨ ਤੇ ਸ਼ਾਨ ਦਾ ਸਵਾਲ ਹੈ ਤੇ ਤੁਸੀਂ ਵੋਟ ਸੋਚ ਸਮਝ ਕੇ ਪਾਣੀ ਹੈ, ਬਈ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਚੁੱਕੀ ਹੈ ਤੇ ਜਿਹੜੀ ਪ੍ਰੈਜ਼ੈਂਟ ਪ੍ਰਬੰਧਕ ਕਮੇਟੀ ਆ ਕੁਝ ਨਹੀਂ ਕਰ ਰਹੀ, ਲਿਪਾਪੋਤੀ ਕਰ ਰਹੀ ਆ, ਉਹਨੂੰ ਉਜਾਗਰ ਨਹੀਂ ਹੋਣ ਦੇ ਰਹੀ ਕਿ ਦੋਸ਼ੀ ਕੌਣ ਹੈ। ਸੋ ਐਸੀ ਅਪੀਲ ਜੇ ਉਹ ਕਰ ਦਿੰਦੇ ਆ ਉਹਦੇ ਤੇ ਤੁਸੀਂ ਉਹਨਾਂ ਤੇ ਇਤਰਾਜ਼ ਕਰ ਰਹੇ ਹੋ। ਮੈਂ ਤੁਹਾਨੂੰ ਇਹ ਪੁੱਛਦਾ ਕਿ ਬੀਬੀ ਜਗੀਰ ਕੌਰ ਬਾਰੇ ਤੁਸੀਂ ਦੱਸੋ। ਉਹ ਖੁਦ ਤੁਸੀਂ ਆਪ ਪ੍ਰਧਾਨ ਬਣਾਈ ਹੈ, ਡੇਰੇ ਦੀ ਉਹ ਮੁਖੀ ਰਹੀ ਹੈ, ਹੁਣ ਵੀ ਮੁਖੀ ਹੈਗੀ ਹੈ, ਤੇ ਬਾਕੀ ਇਲਜ਼ਾਮ ਤਾਂ ਉਹਦੇ ਤੇ ਛੱਡ ਹੀ ਦਿਓ। ਜਿਹੜੇ ਹਾਈ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਉਹਨਾਂ ਤੇ ਮੈਂ ਟਿੱਪਣੀ ਨਹੀਂ ਕਰਾਂਗਾ, ਸਿਰਫ ਮੈਂ ਡੇਰੇ ਵਾਲੀ ਗੱਲ ਤੁਹਾਡੇ ਨਾਲ ਕਰਾਂਗਾ। ਤੇ ਦੂਸਰੀ ਗੱਲ ਹੈ ਜਿਹੜੀ ਸਰੂਪਾਂ ਦੀ ਬੇਅਦਬੀ ਹੈ, ਸਰੂਪਾਂ ਦੀ ਬੇਅਦਬੀ ਦੇ ਵਿੱਚ ਮੈਂ ਪੁੱਛਣਾ ਚਾਹਾਂਗਾ ਤੁਹਾਡੇ ਪ੍ਰਬੰਧ ਦੇ ਵਿੱਚ ਤੁਸੀਂ ਉਹਨਾਂ ਨੂੰ ਪਰਮਿਸ਼ਨ ਤਾਂ ਦਿੰਦੇ ਹੋ ਕਿ ਜੀ 500 ਸਰੂਪ ਛਾਪਣੇ ਆ, ਫੋਰ ਐਗਜ਼ਾਮਪਲ ਉਹ ਛਾਪ ਦਿੰਦੇ ਆ 125 ਐਕਸਟਰਾ ਕਿ ਜੀ ਪ੍ਰਿੰਟਿੰਗ ਵੱਧ ਹੋ ਗਈ। ਸੋ ਇਹ ਕਿਹੜੀ ਤਰੀਕੇ ਹੈ ਬਈ ਇਹ ਪ੍ਰਿੰਟਿੰਗ ਵੱਧ ਹੋ ਗਈ ਤੇ ਜਿਹੜੀ ਮਤਲਬ ਰਫ ਪ੍ਰਿੰਟਿੰਗ ਨਿਕਲਦੀ ਆ ਸੀ ਉਹ ਵੀ ਸਹੀ ਨਿਕਲ ਗਈ ਸੀ, ਇਸ ਕਰਕੇ ਅਸੀਂ ਐਕਸਟਰਾ ਛਾਪਤੇ, ਉਹ ਕਿੱਥੇ ਚਲੇ ਗਏ? ਸੋ ਇਦਾਂ ਦੀਆਂ ਜਦੋਂ ਤੁਸੀਂ ਮਤਲਬ ਬਿਹੇਵੀਅਰ ਤੁਹਾਡੇ ਸਟਾਫ ਦਾ ਹੈਗਾ, ਤੁਹਾਡੀ ਮੈਨੇਜਮੈਂਟ ਜਿਹੜੀ ਆ ਪੂਅਰ ਹੈ, ਤੁਸੀਂ ਉਸ ਨੂੰ ਮੈਨੇਜ ਨਹੀਂ ਕਰਨ ਜਾ ਰਹੇ, ਸੋ ਬੈਟਰ ਇਹ ਹੈਗਾ ਕਿ ਤੁਸੀਂ ਉਹਨੂੰ ਅਸੈਪਟ ਕਰੋ। ਤੇ ਤੀਸਰੀ ਗੱਲ ਜਿਹੜੀ ਮੈਂ ਲਾਸਟ ਤੁਹਾਨੂੰ ਇਹ ਪੁੱਛਣਾ ਚਾਹਾਂਗਾ ਕਿ ਜਿਹੜਾ ਕਮਲਜੀਤ ਸਿੰਘ ਜਿਹੜਾ ਉੱਥੇ ਸੁਪਰਵਾਈਜ਼ਰ ਰਿਟਾਇਰ ਹੋਇਆ, ਜਿੱਥੋਂ ਇਹ ਗੱਲ ਸਾਰੀ ਖੁੱਲੀ ਹੈ, ਉਹ ਬੰਦਾ ਇਹ ਕਹਿੰਦਾ ਹੈ ਕਿ ਮੇਰੇ ਕੋਲ ਜਿਹੜੀਆਂ ਪਰਚੀਆਂ ਸੀਗੀਆਂ, ਮੈਨੂੰ ਪਰਚੀ ਆਂਦੀ ਸੀ ਕਿ ਪਰਚੀ ਤੇ ਉੱਪਰ ਲਿਖਿਆ ਹੁੰਦਾ ਸੀ ਕਿ ਇਹਨੂੰ 1 ਸਰੂਪ ਦੇ ਦਿਓ, ਇਹਨੂੰ 2 ਸਰੂਪ ਦੇ ਦਿਓ। ਉਹ ਪਰਚੀਆਂ ਜਿਹੜੀਆਂ ਹੈਗੀਆਂ ਸਕੱਤਰ ਨੇ ਖੋਹ ਲੀਆਂ ਮੇਰੇ ਤੋਂ। ਇਹ ਜਿਹੜੀ ਬੁਰਛਾਗਿਰਦੀ ਉੱਥੇ ਤੁਹਾਡੇ ਸਕੱਤਰ ਕਰ ਰਹੇ ਹੈ ਕਿ ਮੁਲਾਜ਼ਮਾਂ ਕੋਲੋਂ ਸਾਰਾ ਰਿਕਾਰਡ ਖੋ ਕੇ ਉਹਨੂੰ ਮਤਲਬ ਸਪਰੈਸ ਕੀਤਾ ਜਾ ਰਿਹਾ ਹੈ, ਇਹ ਕਿਸ ਤਰੀਕੇ ਦੀ ਤੁਹਾਡੀ ਮੈਨੇਜਮੈਂਟ ਹੈ ਕਿ ਤੁਸੀਂ ਸੱਚ ਨੂੰ ਕਿਉਂ ਨਹੀਂ ਆਣ ਦੇ ਰਹੇ? ਜਿਹੜੇ ਉਹ ਓਕੇ ਆਪਾਂ ਜਵਾਬ ਲੈਣੇ ਆ, ਅਨਅਕਾਊਂਟਡ ਹੈਗੇ, ਉਹਦੀਆਂ ਪਰਚੀਆਂ ਦੇ ਵਿੱਚ ਰਿਕਾਰਡ ਸੀਗਾ ਕਿ ਕਿਹੜੇ ਕਿਹੜੇ ਬੰਦੇ ਨੇ ਸਰੂਪ ਲਏ ਆ ਉਹ। ਤੇ ਗੁਰੂ ਗ੍ਰੰਥ ਸਾਹਿਬ ਦੇ ਜੀ ਮਨਿੰਦਰ ਜੀ ਆਪਾਂ ਜਵਾਬ ਲੈ ਲਈਏ। ਛੇੜਖਾਨੀ ਕੋਈ ਆਪਾਂ ਮੁਸਲਮਾਨ ਤਾਂ ਹੈ ਨਹੀਂ ਕਿ ਵੀ ਹਮਲਾਵਰ ਆਪਾਂ ਤੁਰਕ ਆਏ ਹੋਏ ਆ ਬਾਹਰੋਂ ਤੇ ਸਾਨੂੰ ਕੋਈ ਉਹਦੀ ਕਦਰ ਨਹੀਂ ਹੈ। ਸੋ ਸੰਗਤ ਦੀਆਂ ਭਾਵਨਾਵਾਂ, ਮਿਹਰਬਾਨੀ ਤੁਹਾਡੀ ਗੱਲ ਆ ਗਈ ਮਨਿੰਦਰ ਜੀ, ਥੈਂਕ ਯੂ ਵੈਰੀ ਮਚ ਮਨਿੰਦਰ ਜੀ, ਤੁਹਾਡਾ ਵੀ ਪੁਆਇੰਟ ਆ ਗਿਆ, ਥੈਂਕ ਯੂ ਵੈਰੀ ਮਚ। ਧਾਰਨੀ ਸਾਹਿਬ ਬਹੁਤ ਅਹਿਮ ਮਾਮਲਾ ਜਦੋਂ ਆਪਾਂ ਗੱਲ ਕਰਦੇ ਆਂ ਕਿ ਜਿਸ ਤਰ੍ਹਾਂ ਬਾਬਿਆਂ ਦੀ ਗੱਲ ਤੁਸੀਂ ਕੀਤੀ ਹੈ ਕਿ ਮਹੰਤੀ ਪ੍ਰਬੰਧ ਦੀ ਗੱਲ ਕੀਤੀ ਹੈ, ਅਮਰਿੰਦਰ ਜੀ ਨੇ ਵੀ ਔਰ ਜੋਗਾ ਸਿੰਘ ਜੀ ਨੇ ਵੀ ਜਿਹੜੇ ਸਵਾਲ ਉਠਾਏ ਹੈ, ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਪ੍ਰਬੰਧ ਲੈ ਕੇ ਆ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ, ਬੀਬੀ ਜਗੀਰ ਕੌਰ ਬਾਰੇ ਜਵਾਬ ਦਿਓ ਇਸ ਗੱਲ ਦਾ ਕਿ ਉਹ ਕਿਸ ਤਰ੍ਹਾਂ ਉਹਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ, ਉਹ ਵੀ ਇੱਕ ਡੇਰਾ ਚਲਾਉਂਦੇ ਆ, ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ ਗੱਲ ਵੀ ਉਹਨਾਂ ਨੇ ਕੀਤੀ ਹੈ ਕਿ ਉਹਨਾਂ ਦੀ ਬੇਅਦਬੀ ਹੋਈ, ਉਹਨਾਂ ਦੇ ਹਿਸਾਬ ਮੰਗਣ ਦੀ ਗੱਲ ਹੋਈ, ਉਹਦੇ ਤੇ ਕੀ ਗਲਤ ਗੱਲ ਹੈ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉਂ ਨਾ ਜ਼ਿੰਮੇਵਾਰ ਠਹਿਰਾਈ ਜਾਵੇ ਇਸ ਪ੍ਰਬੰਧ ਦੇ ਵਿੱਚ ਨਿਗਾਰ ਦੇ ਲਈ? ਜੀ ਧਾਰਨੀ ਸਾਹਿਬ। ਦੇਖੋ ਮੈਂ ਨਾ ਸਾਰੀਆਂ ਗੱਲਾਂ ਦਾ ਜਵਾਬ ਦੇ ਦਿੰਦਾ ਜੀ ਪਲੀਜ਼, ਜਿਹੜੇ ਸਵਾਲ ਉਠਾਏ ਹੈਗੇ ਆ ਸਮੇਂ ਦੇ ਲਿਹਾਜ਼ ਨਾਲ ਸੰਖੇਪ ਚ ਮੇਰੀ ਬੇਨਤੀ ਹੈ, ਜਵਾਬ ਜ਼ਰੂਰ ਦਿਓ ਜੀ। ਜਿਹੜੀ ਇਹਨਾਂ ਨੇ ਸ਼ੁਰੂਆਤ ਕੀਤੀ ਹੈ, ਇਹਨਾਂ ਨੂੰ ਤਾਂ ਮੈਨੂੰ ਲੱਗਦਾ ਬਈ ਬਾਦਲ ਫੋਬੀਆ ਹੋ ਗਿਆ
ਜੇ ਅਕਾਲੀ ਦਲ ਦੀ ਗੱਲ ਕਰਦੇ ਆ ਉਹਦੇ ਵਿੱਚ ਇਹ ਸਾਰੀਆਂ ਗਣਾਉਣੀਆਂ ਸ਼ੁਰੂ ਕਰ ਦਿੰਦੇ ਆ ਊਣਤਾਈਆਂ। ਜੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਰਦੇ, ਇਹਨਾਂ ਕੋਲ ਸਿਰਫ ਊਣਤਾਈਆਂ ਹੈਗੀਆਂ। ਇਹਨਾਂ ਨੇ ਕਦੇ ਕਿਸੇ ਨੂੰ ਸਿਫਤ ਕਰਕੇ ਇਹ ਨਹੀਂ ਕਿਹਾ ਹੈਗਾ ਵੀ ਚਲੋ ਆਹ ਚੀਜ਼ ਠੀਕ ਵੀ ਹੋ ਰਹੀ ਹੈਗੀ ਆ। ਮੈਂ ਕਹਿੰਦਾ ਵੀ ਊਣਤਾਈਆਂ 100 ਹੋਣਗੀਆਂ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ, ਬਹੁਤ ਹੋਣਗੀਆਂ। ਪਰ ਜੇ ਹੁਣ ਇਹਨਾਂ ਚੀਜ਼ਾਂ ਨੂੰ ਜੇ ਇੱਕ ਪ੍ਰਬੰਧ ਦੇ ਵਿੱਚ ਊਣਤਾਈਆਂ ਹੈਗੀਆਂ ਤਾਂ ਉਹਦਾ ਤਰੀਕਾ ਇਹ ਹੈਗਾ ਕਿ ਮੈਂ ਅਮਰਿੰਦਰ ਸਿੰਘ ਉਹਨਾਂ ਨੂੰ ਕੁਐਸਚਨ ਕਰਦਾ ਕਿ ਇਹ ਊਣਤਾਈਆਂ ਜਿੱਦਣ ਤੋਂ ਇਹ ਐਸਜੀਪੀਸੀ ਤੋਂ ਬਾਹਰ ਆ ਗਏ ਉਦਣ ਤੋਂ ਹੋਈਆਂ ਜਾਂ ਉਸ ਤੋਂ ਪਹਿਲਾਂ ਦਾ ਕੋਈ ਇਹਨਾਂ ਦਾ ਕੁਐਸਚਨ ਕਰਿਆ ਵਾ ਜਾਂ ਕਿਸੇ ਅਖਬਾਰ 'ਚ ਆਇਆ ਵਾ, ਉਠਾਇਆ ਵਾ। ਇਹ ਦੱਸ ਦੇਣ। ਇਹਨਾਂ ਦੇ ਨਾਲ ਇਹ ਬੀਬੀ ਜੀ ਜਿਹੜੇ ਹੈਗੇ ਆ ਉੱਥੇ ਪ੍ਰਧਾਨ ਵੀ ਰਹੇ ਹੈਗੇ ਆ, ਮੈਂਬਰ ਵੀ ਰਹੇ ਹੈਗੇ ਆ। ਇਹਨਾਂ ਨੇ ਕਦੇ ਆਬਜੈਕਸ਼ਨ ਜਿਹੜਾ ਅੱਜ ਆਬਜੈਕਸ਼ਨ, ਇੱਕ ਮਿੰਟ ਮੇਰੀ ਬੋਲ ਲੈਣ ਦਿਓ ਜੀ ਸਰ, ਜਿਹੜਾ ਇਹ ਅੱਜ ਆਬਜੈਕਸ਼ਨ ਦੀ ਗੱਲ ਕਰ ਰਹੇ ਹੈਗੇ ਆ। ਦੂਜੀ ਗੱਲ ਜਿਹੜੀ ਸਤਕਾਰ ਕਮੇਟੀ ਦੀ ਗੱਲ ਹੈਗੀ ਆ, ਦੇਖੋ ਸਤਕਾਰ ਕਮੇਟੀ ਵਾਲਾ ਜਿਹੜਾ ਮਸਲਾ ਹੈਗਾ ਸੀ ਗੁਰਦੁਆਰਾ ਸਾਹਿਬ ਦੇ ਅੰਦਰ ਸੀ। ਮੈਂ ਨਾ ਐਜ਼ ਏ ਵਕੀਲ ਦੱਸਦਾ ਤੁਹਾਨੂੰ ਕਿ ਜੇ ਕੋਈ ਪ੍ਰਬੰਧ ਦੇ ਵਿੱਚ ਕਮੀ ਹੋਵੇ, ਜਿੱਥੇ ਮੁਲਾਜ਼ਮ ਹੋਣ ਔਰ ਮੁਲਾਜ਼ਮਾਂ ਦੇ ਉੱਪਰ ਬਕਾਇਦਾ ਜੁਡੀਸ਼ੀਅਲ ਕਮਿਸ਼ਨ ਹੋਵੇ ਔਰ ਜਿਹੜਾ ਹੈਗਾ ਸਾਰਾ ਪ੍ਰਬੰਧ, ਜਿਵੇਂ ਦੇਖੋ ਜਿਹੜੀ ਗੁਰਦੁਆਰਾ ਆਪਣੇ ਜੋ ਸਰੂਪਾਂ ਦੀ ਗੱਲ ਹੈਗੀ ਆ, ਉਸ ਸਰੂਪਾਂ ਵਾਲੀ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਹੈਗੀ ਆ, ਉਸ ਦੇ ਵਿੱਚ ਕੀ ਹੈ ਕਿ ਉਸ ਦੀ ਬਕਾਇਦਾ ਜਿਹੜੀ ਇਨਕੁਆਇਰੀ ਕਰਾਈ ਗਈ। ਇਨਕੁਆਇਰੀ ਕਰਾਉਣ ਤੋਂ ਬਾਅਦ ਜਿਹੜੇ ਦੋਸ਼ੀ ਪਾਏ ਗਏ ਉਹਨਾਂ ਨੂੰ ਸਜ਼ਾ ਉਹਦੇ ਤੋਂ ਡਿਸਮਿਸ ਵੀ ਕਰਤਾ। ਇਹਨਾਂ ਨੇ ਇੱਕੋ ਗੱਲ ਫੜੀ ਵੀ ਹੈਗੀ ਆ ਕਿ ਜੀ ਪੁਲਿਸ ਨੂੰ ਜਿਹੜਾ ਹੈਗਾ ਕੇਸ ਦਿਓ। ਹੁਣ ਤੁਸੀਂ ਸਿੱਖਾਂ ਦੀ ਜਿਹੜੀ ਹੈਗੀ ਆ ਜਿਹੜਾ ਸਿਸਟਮ ਹੈਗਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈਗੀ ਆ, ਹੁਣ ਉਹਦੇ ਵਿੱਚ ਤੁਸੀਂ ਪੁਲਿਸ ਵਾਲਣਾ ਚਾਹੁੰਦੇ ਆ ਔਰ ਤੁਹਾਡਾ ਕੋਈ ਮਰਜ਼ੀ ਨਹੀਂ ਹੈਗੀ। ਤੁਸੀਂ ਸਰਦਾਰ ਅਮਰਿੰਦਰ ਸਿੰਘ, ਕੈਪਟਨ ਅਮਰਿੰਦਰ ਸਿੰਘ ਦੇ ਨਾਲ ਰਲ ਕੇ ਤੁਸੀਂ ਗੁਰਦੁਆਰੇ ਦੇ ਵਿੱਚ ਪੁਲਿਸ ਵਾਰਨੀ ਚਾਹੁੰਦੇ ਹੋ ਔਰ ਤੁਹਾਡਾ ਕੋਈ ਉਹ ਨਹੀਂ ਹੈਗਾ। ਦੇਖੋ ਜੀ ਬਹੁਤ ਵੱਡੀ ਗੱਲ ਤੁਸੀਂ, ਇੱਕ ਮਿੰਟ ਜੀ, ਧਾਨੀ ਸਾਹਿਬ ਕਿਸੇ ਨੇ ਧਾਨੀ ਸਾਹਿਬ ਮੈਂ ਜਵਾਬ ਜ਼ਰੂਰ ਲੈਣਾ ਚਾਹਾਂਗਾ। ਬਹੁਤ ਵੱਡੀ ਗੱਲ ਕਹਿਤੀ ਹੈ ਤੁਸੀਂ ਸਿੱਧੂ ਸਾਹਿਬ। ਇੱਕ ਮਿੰਟ ਜੀ, ਜੇ ਕਿਸੇ ਪ੍ਰਬੰਧਨ ਦੇ ਵਿੱਚ ਅੱਧੇ ਮਿੰਟ ਪਲੀਜ਼, ਤਾਂ ਉਹਦੇ ਵਿੱਚ ਕ੍ਰਿਮੀਨਲ ਸਜ਼ਾ ਜਿਹੜੀ ਆਈਪੀਸੀ ਦੇ ਥੱਲੇ ਨਹੀਂ ਹੋਇਆ ਕਰਦੀ। ਉਹਦੇ ਵਿੱਚ ਇਹ ਹੈ ਕਿ ਉਹਦੇ ਜਾਂ ਇਨਕਰੀਮੈਂਟ ਕੱਟੇ ਜਾਂਦੇ ਆ, ਤੁਸੀਂ ਜੌਬ ਦੇ ਵਿੱਚ ਰਹੇ ਆ। ਚਲੋ ਇਨਕਰੀਮੈਂਟਾਂ ਦੀ ਗੱਲ, ਸਾਰੇ ਇਨਕਰੀਮੈਂਟਾਂ ਦੀ ਗੱਲ ਛੱਡੋ, ਇਹ ਬਹੁਤ ਵੱਡੀ ਗੱਲ ਹੈ ਜਿਹੜੀ ਤੁਸੀਂ ਕਹੀ ਹੈ। ਸਿੱਧੂ ਸਾਹਿਬ ਮੈਂ ਗੱਲ ਕਰਨੀ ਚਾਹੁੰਦਾ। ਜੋਗਾ ਸਿੰਘ ਜੀ, ਮੈਂ ਸਮੇਂ ਦੇ ਲਿਹਾਜ਼ ਨਾਲ ਬਹੁਤ ਅਹਿਮ ਜਿਹੜੀ ਗੱਲ ਉਹਨਾਂ ਨੇ ਐਲੀਗੇਸ਼ਨ ਲਗਾਇਆ ਕਿ ਤੁਸੀਂ ਕੈਪਟਨ ਅਮਰਿੰਦਰ ਨਾਲ ਮਿਲ ਕੇ ਉਸ ਪਵਿੱਤਰ ਸਥਾਨ ਦੇ ਅੰਦਰ ਪੁਲਿਸ ਵਾਰਨੀ ਚਾਹੁੰਦੇ ਹੋ। ਇਹ ਸਵਾਲ ਧਾਰਨੀ ਜੀ ਨੇ ਖੜਾ ਕੀਤਾ। ਮੈਂ ਦੇਖੋ ਮੈਂ ਪੰਥਕ ਅਕਾਲੀ ਲਹਿਰ ਦਾ ਹਾਂ। ਧਾਰਨੀ ਸਾਹਿਬ ਨੋਟ 2000 ਬਿੰਦਰ ਸਿੰਘ ਦੇ ਮੁਕਾਬਲੇ ਪਟਿਆਲੇ ਤੋਂ ਚੋਣ ਲੜੀ ਸੀ ਪੀਪੀਪੀ ਵੱਲੋਂ। ਅਗਲੀ ਗੱਲ, ਮੇਰਾ ਫੇਸਬੁੱਕ ਅਕਾਊਂਟ ਤੇ ਜਿੰਨਾ ਮੈਂ ਅਮਰਿੰਦਰ ਦੇ ਖਿਲਾਫ ਟਿੱਪਣੀਆਂ ਕਰਦਾ ਕੋਈ ਨਹੀਂ ਕਰਦਾ। ਅਗਲੀ ਗੱਲ, ਤੁਸੀਂ ਕਹਿੰਦੇ ਹੋ ਕਿ ਅਸੀਂ ਪੁਲਿਸ ਦੀ ਗੱਲ ਕਰਦੇ ਆਂ ਵੀ ਅਸੀਂ ਪੁਲਿਸ ਵਾਲੇ ਪਾਸੇ ਨਹੀਂ ਜਾਣਾ ਚਾਹੀਦਾ। ਮੈਂ ਤੁਹਾਨੂੰ ਇੱਕ ਗੱਲ ਪੁੱਛਦਾ ਹਾਂ, ਜਦੋਂ ਦਾ 328 ਸਰੂਪਾਂ ਬਾਰੇ ਅਸੀਂ ਪੁਲਿਸ ਦੀ ਗੱਲ ਕਰਦੇ ਆਂ ਜਾਂ ਕੋਈ ਵੀ ਕਰਦਾ ਹੈ, ਫਿਰ ਤਾਂ ਤੁਸੀਂ ਕਹਿੰਦੇ ਆ ਜੀ ਗੁਰੂ ਗ੍ਰੰਥ ਸਾਹਿਬ ਦੇ ਮਸਲੇ 'ਚ ਪੁਲਿਸ ਦੀ ਗੱਲ ਨਹੀਂ ਕਰਨੀ ਚਾਹੀਦੀ। ਤੁਸੀਂ ਸਰਹੰਦ ਫਤਿਹਗੜ੍ਹ ਸਾਹਿਬ ਦੇ ਰਹਿਣ ਵਾਲੇ ਹੋ, ਤੁਹਾਡੇ ਨਾਲ ਲੱਗਦਾ ਇੱਕ ਤਰਖਾਣ ਮਾਜਰੇ ਪਿੰਡ 15 ਦਿਨ ਪਹਿਲਾਂ ਬੇਅਦਬੀ ਹੋਈ। ਉੱਥੇ ਆ ਕੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸਾਹਿਬ ਕਹਿ ਰਹੇ ਆ ਕਿ ਆਪਾਂ ਪੁਲਿਸ ਕੇਸ ਕਰਾਵਾਂਗੇ, ਪੁਲਿਸ ਕੇਸ ਦਰਜ ਕਰਾਓ। ਉੱਥੇ ਆ ਕੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਪਰ ਸਾਹਿਬ ਉਹ ਮੁਲਾਜ਼ਮ ਨਹੀਂ ਹੈਗਾ, ਦੋਸ਼ੀ ਹੈ। ਉਹ ਮੁਲਾਜ਼ਮ ਨਹੀਂ, ਦੋਸ਼ੀ ਹੈ। ਗੱਲ ਨਹੀਂ, ਫਿਰ ਨਹੀਂ ਨਾਲੇ ਕਹਿੰਦੇ ਦੋਸ਼ੀ। ਇੱਕ ਮਿੰਟ, ਅੱਜ ਨਾਲੇ ਦੋਸ਼ੀ ਸਸਪੈਂਡ ਕਰਤੇ, ਦੋਸ਼ੀ ਦਾ ਉਹ ਵੀ ਹੈ ਜਿਹੜੀ ਜੋਗਾ ਸਿੰਘ ਜੀ ਇੱਕ ਸੈਕਿੰਡ। ਧਾਰਨੀ ਸਾਹਿਬ ਜਿਹੜਾ ਦੋਸ਼ੀ ਹੈ, ਚਾਹੇ ਮੁਲਾਜ਼ਮ ਹੈ ਚਾਹੇ ਸਧਾਰਨ ਵਿਅਕਤੀ ਹੈ, ਇਹ ਤਾਂ ਕੋਈ ਪਰਿਭਾਸ਼ਾ ਨਹੀਂ ਨਾ ਕਿ ਦੋਸ਼ੀ ਮੁਲਾਜ਼ਮ ਹੈ ਜਾਂ ਸਧਾਰਨ ਵਿਅਕਤੀ। ਦੇਖੋ ਸਧਾਰਨ ਵਿਅਕਤੀ ਜਿਹੜਾ ਐਕਟ ਕਰ ਰਿਹਾ ਉਹ ਸਾਰੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਗੱਲ ਕਰ ਰਿਹਾ ਹੈਗਾ। ਜਿਹੜੇ EMPLOYEE ਹੈਗੇ ਆ ਉਹ ਆਪਣੇ EMPLOYER ਦੇ ਖਿਲਾਫ ਨੈਗਲੀਜੈਂਸੀ ਕਰ ਰਹੇ ਹੈਗੇ ਆ। ਉਹਨਾਂ ਨੂੰ ਸਜ਼ਾ ਜਿਹੜੀ ਆ ਉਹ ਉਸ ਪ੍ਰਬੰਧ ਦੇ ਥੱਲੇ ਹੋਣੀ ਹੈਗੀ ਆ, ਨਾ ਕਿ ਜੀ ਤੁਹਾਡੀ ਗੱਲ ਆ ਗਈ। ਆਪਣੇ ਸਮੇਂ ਦੀ ਮਜਬੂਰੀ ਆ। ਜੋਗਾ ਸਿੰਘ ਜੀ, ਸੰਖੇਪ ਦੇ ਵਿੱਚ ਆਪਣਾ ਪਲੀਜ਼ ਤੁਸੀਂ ਜਵਾਬ ਮੁਕੰਮਲ ਕਰਿਓ। ਮੈਨੂੰ ਇੱਕ ਗੱਲ ਦਾ ਜਵਾਬ ਦਿਓ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸਿੱਖਾਂ ਦੇ ਲਈ ਸਰਮੌਰ ਹੈ। ਭਾਵੇਂ ਸ਼੍ਰੋਮਣੀ ਕਮੇਟੀ ਦੇ ਅੰਦਰ ਕਿਤੇ ਬੇਅਦਬੀ ਹੋਵੇ, ਭਾਵੇਂ ਬਾਹਰ ਹੋਵੇ, ਤੁਹਾਡੇ ਲਈ ਉਹ ਵੱਖੋ ਵੱਖ ਹੋ ਸਕਦਾ ਹੈ, ਲੇਕਿਨ ਸਿੱਖਾਂ ਦੇ ਲਈ। ਇਸ ਲਈ ਜੇ ਸ਼੍ਰੋਮਣੀ ਕਮੇਟੀ ਦੇ ਅੰਦਰ ਕਿਤੇ ਬੇਅਦਬੀ ਹੁੰਦੀ ਹੈ ਫਿਰ ਤਾਂ ਤੁਸੀਂ ਇਹਨੂੰ ਵੱਖਰੇ ਨਜ਼ਰੀਏ ਨਾਲ ਦੇਖ ਰਹੇ ਆ, ਜੇਕਰ ਹੁੰਦੀ ਹੈ ਫਿਰ ਵੱਖਰੇ ਨਾਲ ਦੇਖ ਰਹੇ ਆ।
ਸਾਡੀ ਤਾਂ ਇੱਕੋ ਗੱਲ ਹੈ ਜੀ, ਵਾਲੇ ਨੂੰ ਕੀ ਕਹਿ ਰਹੇ ਆ ਵੀ ਉਹਨੂੰ ਛੱਡ ਦੇਣਾ ਚਾਹੀਦਾ? ਅਸੀਂ ਗੱਲ ਕਹਿ ਰਹੇ ਹਾਂ ਤਾਂ ਤੁਸੀਂ ਕਹਿ ਰਹੇ ਆ ਕਿ ਪੁਲਿਸ ਕਾਰਵਾਈ ਉੱਥੇ ਹੋ ਨਹੀਂ ਸਕਦੀ ਸੀ ਅੰਦਰ। ਮੇਰੀ ਗੱਲ ਸੁਣੋ, ਦੇਖੋ ਅਸੀਂ ਤਾਂ ਇੱਕ ਗੱਲ, ਦੇਖੋ ਮੇਰੀ ਗੱਲ ਬੇਨਤੀ ਸੁਣੋ, ਮੇਰੀ ਬੇਨਤੀ ਸੁਣੋ। ਦੇਖੋ ਧਾਰਨੀ ਸਾਹਿਬ ਮੇਰੀ ਗੱਲ ਨੂੰ ਭੜਕਾਓ ਨਾ, ਮੇਰੀ ਗੱਲ ਬੇਨਤੀ ਹੈ, ਮੇਰੀ ਗੱਲ ਸੁਣ ਲਓ ਪਹਿਲਾਂ, ਮੇਰੀ ਗੱਲ ਕੰਟਰੀਬਿਊਸ਼ਨ ਕੀ ਆ ਤੁਸੀਂ ਦੱਸ ਦਿਓ। ਮੇਰੀ ਗੱਲ ਸੁਣ ਲਓ, ਤੁਰੇ ਫਿਰਦੇ ਸੀ ਉਹਨਾਂ ਦੀ ਦੱਸੋ ਮੇਰੀ ਗੱਲ ਪਹਿਲਾਂ ਮੇਰੀ ਗੱਲ ਸੁਣ ਲਓ। 1984 ਦੇ ਵਿੱਚ ਅਟੈਕ ਹੋਇਆ, ਮਿਲਟਰੀ ਸਾਡੇ ਇਤਿਹਾਸਕ ਦਸਤਾਵੇਜ਼ ਚੱਕੀ, ਭਾਰਤ ਸਰਕਾਰ ਨੇ ਲਿਖ ਕੇ ਦਿੱਤਾ ਵੀ ਅਸੀਂ ਇਹ ਵਾਪਸ ਕਰਤੇ। ਉਹਦੇ ਵਿੱਚੋਂ ਸਾਡੀਆਂ ਕਿੰਨੀਆਂ ਇਤਿਹਾਸਕ ਚੀਜ਼ਾਂ ਜਿਹੜੀਆਂ ਅੱਜ ਤੱਕ ਆਈਆਂ ਨਹੀਂ, ਔਰ ਸਕੱਤਰਾਂ ਨੇ ਲਿਖ ਕੇ ਦਿੱਤਾ ਵੀ ਹਾਂ ਜੀ ਅਸੀਂ ਇਹ ਲੈ ਲਈਆਂ। ਤੁਸੀਂ ਦੱਸੋ ਕਿੱਥੇ ਗਈਆਂ? ਅਸੀਂ ਤਾਂ ਚੀਜ਼ਾਂ ਪੁੱਛਣ ਗਏ ਸੀਗੇ 7 ਤਰੀਕ ਨੂੰ ਸਿੰਘ ਸਾਹਿਬ, ਕਿਉਂ ਨਹੀਂ ਆ ਕੇ ਬਾਹਰ ਜਵਾਬ ਦਿਆ ਵੀ ਸਾਡੇ ਕੋਲ ਹੈਗੀਆਂ ਜਾਂ ਨਹੀਂ ਹੈਗੀਆਂ ਜੀ? ਉਹ ਕਿੱਥੇ ਗਈਆਂ ਜੀ? ਇਹ ਮੁੱਦੇ ਆਪਾਂ ਇਹਨਾਂ ਮੁੱਦਿਆਂ ਤੇ ਫਿਰ ਵੀ ਕਦੇ ਜਿਹੜਾ ਹੈਗਾ ਆਪਾਂ ਇਸ ਇਸ਼ੂ ਤੇ ਵਿਚਾਰ ਚਰਚਾ ਰੱਖਾਂਗੇ। ਸਮਾਂ ਜਾ ਕੇ ਨਹੀਂ ਦੇ ਰਹੇ ਧਾਰਨੀ ਜੀ। ਨਹੀਂ, ਹਾਈ ਕੋਰਟ ਪੈਂਡਿੰਗ ਕਹਿ ਦਿੰਦੇ ਹੋ ਜੀ, ਜਿਹੜੀ ਕੋਈ ਗੱਲ ਆ ਉਹ ਹਾਈ ਕੋਰਟ ਲੈ ਜਾਂਦੇ ਹੋ। ਗੱਲ ਤਾਂ ਤੁਸੀਂ ਤਾਂ ਸਵੇਰ ਤੋਂ ਘੁੰਮਣ ਲਾ ਜਾਂਦੇ ਵੀ ਕਿੱਥੇ ਕੰਧ ਢਹਿ ਗਈ ਗੁਰਦੁਆਰੇ ਦੀ, ਇਹ ਜਿਹੜਾ ਹੈਗਾ ਬਾਦਲਾਂ ਨੇ ਢਾਤੀ। ਧਾਰਨੀ ਸਾਹਿਬ ਮੈਂ ਕਿਤੇ ਨਹੀਂ ਘੁੰਮਣ ਜਾਂਦਾ ਨਾ, ਮੈਂ ਕੰਧ ਜੇ ਮੈਨੂੰ ਨਹੀਂ ਸਮਝ ਆਈ ਵੀ ਲਿਫਾਫਾ ਤੁਹਾਨੂੰ ਕਿਵੇਂ ਪਤਾ ਲੱਗਿਆ? ਸਾਨੂੰ ਤਾਂ ਇੰਨੇ ਸਾਲ 'ਚ ਪਤਾ ਲੱਗਿਆ ਨਹੀਂ, ਅਸੀਂ ਬੋਲਦੇ ਰਹੋਗੇ। ਆ ਸਾਰੇ ਜਦੋਂ ਲਿਫਾਫਾ ਨਿਕਲਦਾ ਸਾਰੇ ਅਖਬਾਰ ਲਾਉਂਦੇ ਆ, ਸਾਰੇ ਅਖਬਾਰਾਂ 'ਚ ਲੱਗਦਾ ਵੀ ਚੀਮਾ ਸਾਹਿਬ ਲਿਫਾਫਾ ਲੈ ਕੇ ਗਏ, ਉਹਨਾਂ ਨੂੰ ਫੜਾਇਆ ਤੇ ਫਲਾਣਾ ਪ੍ਰਧਾਨ ਬਣਾਤਾ। ਆ ਬਾਕੀ ਅਮਰਿੰਦਰ ਜੀ ਵਿੱਚ ਰਹੇ ਆ, ਇਹਨਾਂ ਨੂੰ ਵੱਧ ਪਤਾ ਹੈ। ਬਿਲਕੁਲ ਪ੍ਰਧਾਨਗੀ ਦੇ ਲਿਫਾਫੇ ਬਾਰੇ ਦੋਨਾਂ ਦਾ ਵਿਊ ਪੁਆਇੰਟ ਆ ਗਿਆ, ਧਾਰਨੀ ਸਾਹਿਬ ਦਾ ਵੀ, ਜੋਗਾ ਸਿੰਘ ਜੀ ਦਾ ਵੀ। ਜੀ ਥੈਂਕ ਯੂ ਵੈਰੀ ਮਚ। ਲਾਸਟ ਕਮੈਂਟ ਅਮਰਿੰਦਰ ਜੀ। ਦੇਖੋ ਸਿੱਧੂ ਸਾਹਿਬ, ਧਾਰਨੀ ਸਾਹਿਬ ਕਹਿ ਰਹੇ ਆ ਕਿ ਸਾਨੂੰ ਕੈਪਟਨ ਫੋਬੀਆ ਹੋ ਗਿਆ ਤੇ ਅਸੀਂ ਕੈਪਟਨ ਦੇ ਨਾਲ ਰਲ ਕੇ ਪੁਲਿਸ ਵਾੜਨਾ ਚਾਹੁੰਦੇ ਆ। ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ ਤੁਹਾਡਾ ਜਿਹੜਾ 9 ਮਾਸ ਦਾ ਰਿਸ਼ਤੇ ਵਾਲਾ ਫੋਬੀਆ ਤਾਂ ਗਿਆ ਟੁੱਟ, ਹੁਣ ਤੁਸੀਂ ਅਗਲਾ ਫੋਬੀਆ ਕਿੱਥੇ ਜੋੜਨਾ? ਉਹ ਤੁਹਾਨੂੰ ਕੋਈ ਜੋੜ ਨਹੀਂ ਰਿਹਾ, ਕੋਈ ਤੁਹਾਨੂੰ ਨੇੜੇ ਲਾ ਨਹੀਂ ਰਿਹਾ, ਤਾਂ ਤੁਹਾਨੂੰ ਹੁਣ ਦੂਜੇ ਪਾਸੇ ਫੋਬੀਆ ਨਜ਼ਰ ਆ ਰਹੇ ਆ। ਸਾਨੂੰ ਕੋਈ ਫੋਬੀਆ ਨਹੀਂ, ਸਾਨੂੰ ਗੁਰੂ ਗ੍ਰੰਥ ਸਾਹਿਬ ਫੋਬੀਆ ਹੋਇਆ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਇੱਜ਼ਤੀ ਹੋਈ ਹੈ ਉਹਦਾ ਫੋਬੀਆ ਸਾਨੂੰ ਹੋਇਆ ਹੈ। ਬਿਲਕੁਲ, ਮਿਹਰਬਾਨੀ, ਥੈਂਕ ਯੂ, ਧੰਨਵਾਦ। ਸਾਨੂੰ ਗੁਰੂ ਗ੍ਰੰਥ ਸਾਹਿਬ ਫੋਬੀਆ ਹੋਇਆ ਹੈ ਜੀ, ਗੁਰੂ ਗ੍ਰੰਥ ਸਾਹਿਬ ਫੋਬੀਆ। ਢੀਂਡਸਾ ਸਾਹਿਬ ਤੇ ਬ੍ਰਹਮਪੁਰਾ ਸਾਹਿਬ ਸਾਡੇ ਚੋਂ ਹੀ ਗਏ ਵੇ ਆ, ਜੇ ਅਸੀਂ ਭ੍ਰਿਸ਼ਟਾ ਉਹ ਵੀ ਭ੍ਰਿਸ਼ਟੇ ਸੀ। ਮਤਲਬ ਤੁਸੀਂ ਆਪਣੇ ਆਪ ਨੂੰ ਭ੍ਰਿਸ਼ਟ ਮੰਨਦੇ ਹੋ? ਮੈਂ ਕਿਹਾ ਜੀ ਮਿਹਰਬਾਨੀ ਜੀ, ਵਾਹਿਗੁਰੂ ਜੀ ਕਾ ਖਾਲਸਾ। ਆਪਣੀ ਗੱਲ ਆ ਗਈ ਧਾਰਨੀ ਸਾਹਿਬ, ਜੋਗਾ ਸਿੰਘ ਜੀ, ਅਮਰਿੰਦਰ ਜੀ, ਬਹੁਤ ਬਹੁਤ ਧੰਨਵਾਦ। ਮੇਰੀ ਬੇਨਤੀ ਪ੍ਰਵਾਨ ਕਰਕੇ ਪੰਥਕ ਮੁੱਦੇ ਤੇ ਵਾਹਿਗੁਰੂ ਜੀ ਕਾ ਖਾਲਸਾ, ਇਹ ਗੱਲ ਬੜੀ, ਵਾਹਿਗੁਰੂ ਜੀ ਕੀ ਫਤਿਹ, ਗੱਲ ਬੜੀ ਸਪਸ਼ਟ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਹੈ, ਉਹਦੇ ਮੁੱਦੇ ਤੇ ਜਿਹੜੇ ਉੱਠ ਰਹੇ ਆ ਸਵਾਲ, ਇਹ ਸੁਭਾਵਿਕ ਹੈ ਕਿ ਪੰਥਕ ਧਿਰਾਂ ਦੀ ਰਾਏ ਵੱਖਰੋ ਵੱਖਰੀ ਹੋ ਸਕਦੀ ਹੈ, ਪਰ ਇੱਕ ਗੱਲ ਜਿਹੜੀ ਬਹਿਸ ਚੋਂ ਵੀ ਉੱਭਰ ਕੇ ਸਾਹਮਣੇ ਆਈ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਜਿਹੜੇ ਪ੍ਰਬੰਧ ਦੇ ਵਿੱਚ ਨਿਗਾਰ ਹੈ, ਭ੍ਰਿਸ਼ਟਾਚਾਰ ਹੈ, ਦੂਜੀਆਂ ਕਮੀਆਂ ਜਿਹੜੀਆਂ ਸਾਰੀਆਂ ਧਿਰਾਂ ਮੰਨਦੀਆਂ, ਉਹ ਤਾਂ ਦੂਰ ਹੋਣੀਆਂ ਹੀ ਚਾਹੀਦੀਆਂ, ਕਿਉਂਕਿ ਕੇਵਲ ਸੰਬੰਧਿਤ ਧਿਰਾਂ ਨਾਲ ਜੁੜਿਆ ਵਾ ਮਾਮਲਾ ਨਹੀਂ, ਦੁਨੀਆ ਭਰ ਜਿਹੜਾ ਬੈਠਾ ਸਿੱਖ ਭਾਈਚਾਰਾ ਹੈ ਉਹਦੇ ਵੱਲੋਂ ਵੀ ਇਸ ਮੁੱਦੇ ਤੇ ਉੱਠ ਰਿਹਾ ਸਵਾਲ। ਇਹਨਾਂ ਮੁੱਦਿਆਂ ਤੇ ਆਉਣ ਦੇ ਲਈ ਮੈਂ ਇੱਕ ਵਾਰ ਮੁੜ ਕੇ ਆਪਣੇ ਤਿੰਨਾਂ ਮਹਿਮਾਨਾਂ ਦਾ ਧੰਨਵਾਦੀ ਹਾਂ ਤੇ ਇਸ ਦੇ ਨਾਲ ਹੀ ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਤੁਸੀਂ ਹੈਰਾਨ ਤੇ ਜ਼ਰੂਰ ਹੋ ਰਹੇ ਹੋ ਕਿ ਇੱਕ ਬੰਦਾ ਪੈਂਟ ਕਮੀਜ਼ ਪਾ ਕੇ ਟਰੈਕਟਰ ਚਲਾ ਰਿਹਾ ਹੈ, ਖੇਤੀ ਕਰ ਰਿਹਾ ਹੈ। ਜੀ ਹਾਂ, ਦੁਨੀਆ ਬੜੀ ਤੇਜ਼ ਰਫ਼ਤਾਰ ਨਾਲ ਬਦਲ ਰਹੀ ਹੈ, ਤਾਂ ਫਿਰ ਸਾਡੀ ਖੇਤੀ ਕਿਉਂ ਨਾ ਬਦਲੇ? ਖੇਤੀ ਨੂੰ ਲਾਹੇਵੰਦ ਬਣਾਉਣ ਲਈ ਬਹੁਤ ਜ਼ਰੂਰੀ ਹੈ ਆਧੁਨਿਕ ਜਾਣਕਾਰੀ ਅਤੇ ਤਕਨੀਕ ਨਾਲ ਜੁੜਨਾ। ਕੇਂਦਰ ਵੱਲੋਂ ਕਾਨੂੰਨ ਆਇਆ ਹੈ, ਇਹਦਾ ਬਹੁਤ ਵੱਡੇ ਪੱਧਰ ਤੇ ਵਿਰੋਧ ਹੋਇਆ। ਇੱਕ ਮਿੱਠੀ ਜ਼ਹਿਰ ਦਿੱਤੀ ਹੈ, ਅੱਜ ਆਪਾਂ ਨੂੰ ਇੱਕ ਦਿਖਾ ਰਹੇ ਨੇ। ਗਲੋਬਲ ਪੰਜਾਬ ਟੀਵੀ ਤੁਹਾਨੂੰ ਜੋੜੇਗਾ ਬਦਲਦੀ ਖੇਤੀ ਦੁਨੀਆ ਨਾਲ। ਤੁਸੀਂ ਇੰਜੀਨੀਅਰਿੰਗ ਦੀ ਡਿਗਰੀ ਕਰਕੇ ਫੇਰ ਖੇਤਾਂ 'ਚ ਆ ਗਏ। ਖੇਤੀ ਪ੍ਰੋਗਰਾਮਾਂ ਦੇ ਤਜਰਬੇਕਾਰ ਅਮਰਜੀਤ ਸਿੰਘ ਵੜੈਚ ਦਾ ਵਿਸ਼ੇਸ਼ ਸ਼ੋਅ ਫਾਰਮ ਹਾਊਸ ਹਰ ਐਤਵਾਰ ਰਾਤ 10 ਵਜੇ ET ਤੁਹਾਡੇ ਆਪਣੇ ਚੈਨਲ ਪੰਜਾਬੀ ਤੇ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।